ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਅਸੀਂ ਚਰਚਾ ਕਰਾਂਗੇ ਡਾਕਟਰ ਪੰਕਜਪ੍ਰੀਤ ਸਿੰਘ ਹੋਣਾ ਨਾਲ। ਫਿਜ਼ੀਓਥੈਰੇਪਿਸਟ ਨੇ, ਬੜਾ ਨਾਮ ਹੈ ਇਹਨਾਂ ਦਾ। ਲੰਘੇ ਦਿਨ ਵੀ ਆਪਾਂ ਇੱਕ ਇੰਟਰਵਿਊ ਇਹਨਾਂ ਨਾਲ ਕੀਤੀ ਸੀਗੀ ਗੋਡਿਆਂ ਦੇ ਜਾਮ, ਗੋਡਿਆਂ ਬਾਰੇ, ਗੋਡਿਆਂ ਦੇ ਵਿੱਚ ਖਰਾਬੀ ਕਿਉਂ ਆਉਂਦੀ ਹੈ, ਗੋਡੇ ਬਦਲਾਉਣ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਮਿਲ ਲੈਣਾ ਚਾਹੀਦਾ ਹੈ, ਕਿਉਂ ਗੋਡੇ ਬਦਲਾਉਣ ਦੀ ਲੋੜ ਪੈਂਦੀ ਹੈ, ਕੀ ਕਾਰਨ ਨੇ ਗੋਡੇ ਖਰਾਬ ਹੋਣ ਦੇ, ਗੋਡੇ ਜੇ ਖਰਾਬ ਹੋ ਵੀ ਜਾਣ ਤਾਂ ਉਹ ਕਿਹੜੀ ਸਟੇਜ ਦੇ ਵਿੱਚ ਆਪਾਂ ਠੀਕ ਕਰ ਸਕਦੇ ਹਾਂ, ਗੋਡੇ ਬਦਲਾਉਣ ਤੋਂ ਪਹਿਲਾਂ ਕਿਹੜੇ ਹਾਲਾਤ ਹੋਣਗੇ ਜਿਨ੍ਹਾਂ ਦੇ ਵਿੱਚ ਆਪਾਂ ਜਾ ਕੇ ਹੱਥ ਖੜੇ ਕਰ ਦਾਂਗੇ ਵੀ ਹੁਣ ਨਹੀਂ ਹੋ ਸਕਦਾ, ਹੁਣ ਤਾਂ ਤੁਸੀਂ ਕਰਾ ਹੀ ਲਓ। ਉਹ ਸੀਗਾ ਆਪਾਂ ਗੋਡਿਆਂ ਦੇ ਉੱਤੇ ਗੱਲ ਕੀਤੀ। ਅੱਜ ਆਪਾਂ ਗੱਲ ਕਰਾਂਗੇ ਫਰੋਜ਼ਨ ਸ਼ੋਲਡਰ ਦੇ ਉੱਤੇ। ਮੋਢਾ ਜਾਮ ਹੋ ਜਾਂਦਾ, ਫਰੋਜ਼ਨ ਸ਼ੋਲਡਰ ਹੋ ਜਾਂਦਾ। ਲੰਘੇ ਦਿਨੀ ਆਪਾਂ ਇੱਕ ਇੰਟਰਵਿਊ ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਆਪਾਂ ਇੰਟਰਵਿਊ ਕੀਤੀ ਸੀ ਤੇ ਡਾਕਟਰ ਮੰਜੂ ਗਰੋਵਰ ਹੋਣਾ ਦੇ ਨਾਲ ਆਪਾਂ ਤੁਹਾਨੂੰ ਰੂਬਰੂ ਕਰਾਇਆ ਸੀ। ਉਹ ਗਾਇਨੀ ਦੇ ਸਪੈਸ਼ਲਿਸਟ ਨੇ ਤੇ ਉਹਨਾਂ ਦਾ ਵੀ ਮੋਢਾ ਜਾਮ ਹੋ ਗਿਆ ਸੀ, ਫਰੋਜ਼ਨ ਹੋ ਗਿਆ ਸੀ ਸ਼ੋਲਡਰ, ਤੇ ਉਹਨਾਂ ਦਾ ਇਲਾਜ ਡਾਕਟਰ ਪੰਕਜਪ੍ਰੀਤ ਸਿੰਘ ਉਹਨਾਂ ਨੇ ਕੀਤਾ ਸੀਗਾ। ਤਜਰਬਾ ਉਹਨਾਂ ਨੇ ਆਪਣਾ ਸਾਂਝਾ ਕਰ ਦਿੱਤਾ। ਉਹ ਤਜਰਬਾ ਕਿਹੋ ਜਿਹਾ ਰਿਹਾ ਉਹ ਤੁਸੀਂ ਸਾਰਿਆਂ ਦੇ ਕੋਲ ਤੋਂ ਜਿਹੜਾ ਉਹ ਤੁਸੀਂ ਵੇਖਿਆ। ਲੇਕਿਨ ਅੱਜ ਆਪਾਂ ਡਾਕਟਰ ਪੰਕਜਪ੍ਰੀਤ ਸਿੰਘ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਮੋਢਾ ਜਾਮ ਹੋ ਕਿਉਂ ਜਾਂਦਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਫਿਰ ਇੱਕ ਵਾਰ ਮੌਕਾ ਦਿੱਤਾ ਮੈਨੂੰ ਆਪਣੇ ਵਿਚਾਰ ਰੱਖਣ ਦਾ। ਡਾਕਟਰ ਸਾਹਿਬ, ਫਰੋਜ਼ਨ ਸ਼ੋਲਡਰ, ਫਰੋਜ਼ਨ ਮੀਟ ਸੁਣਿਆ ਸੀ, ਫਰੋਜ਼ਨ ਸਬਜ਼ੀਆਂ ਸੁਣਿਆ ਸੀ, ਇਹ ਸ਼ੋਲਡਰ ਵੀ ਫਰੋਜ਼ਨ ਹੋਣ ਲੱਗ ਗਿਆ। ਇਹ ਫਰੋਜ਼ਨ ਕਿਉਂ ਹੋ ਜਾਂਦਾ ਜੀ? ਇਹ ਥੋੜ੍ਹਾ ਜਿਹਾ ਮੋਢੇ ਦੀ ਬਣਤਰ ਜਾਂ ਕੀ ਕੁਝ ਦੱਸੋਗੇ ਮਾੜਾ ਮੋਟਾ ਵੀ ਮੋਢਾ ਕਿੱਥੋਂ ਕੀ ਹੋ ਕੇ ਜਾਮ ਹੋ ਜਾਂਦਾ? ਦੇਖੋ ਜੀ, ਜਿਹੜਾ ਮੋਢਾ ਹੈ ਨਾ, ਇਹ ਸਾਡਾ ਸਭ ਨਾਲੋਂ ਅਨਸਟੇਬਲ ਜੁਆਇੰਟ ਹੈ। ਇਹ ਨਿਕਲ ਵੀ ਬੜੀ ਜਲਦੀ ਜਾਂਦਾ ਹੈ, ਇਹ ਜਾਮ ਵੀ ਹੋ ਜਾਂਦਾ ਹੈ, ਇਹਦੇ ਬਿਨਾਂ ਸਰਦਾ ਵੀ ਨਹੀਂ, ਕੰਮ ਵੀ ਇਹਦੇ ਨਾਲ ਬਹੁਤ ਚੱਲਦਾ ਹੈ। ਸੋ ਪਰ ਮੈਂ ਹਰ ਵਾਰ ਕਹਿੰਦਾ ਕਿ ਆਪਾਂ ਗੱਡੀ ਦੀ ਸਰਵਿਸ ਤਾਂ ਟਾਈਮ ਸਿਰ ਕਰਾਉਂਦੇ ਹਾਂ, ਪਰ ਆਪਾਂ ਆਪਣੀ ਸਰਵਿਸ ਨਹੀਂ ਕਰਾਏ। ਜਿਹੜੇ ਇੰਨੇ ਜੋੜ ਨੇ ਆਪਣੇ ਸਰੀਰਾਂ ਦੇ, ਉਹਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ। ਸੋ ਉਹਦੇ ਵਾਸਤੇ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਉਹਦੇ ਵਾਸਤੇ ਚੈੱਕਅਪ ਬਹੁਤ ਜ਼ਰੂਰੀ ਹੈ। ਅਗਰ ਇਨੀਸ਼ੀਅਲ ਤੌਰ 'ਤੇ ਪੇਨ ਹੈ ਤਾਂ ਇਮੀਡੀਏਟਲੀ ਫਿਜ਼ੀਓਥੈਰੇਪਿਸਟ ਨੂੰ ਮਿਲੋ ਤਾਂ ਅੱਗੇ ਤੁਹਾਡਾ ਪ੍ਰੋਬਲਮ ਦਾ ਹੱਲ ਕੱਢ ਸਕੇ ਬਿਨਾਂ ਦਵਾਈਆਂ ਦੇ। ਹੁਣ ਆਪਾਂ ਗੱਲ ਕਰ ਰਹੇ ਹਾਂ ਫਰੋਜ਼ਨ ਸ਼ੋਲਡਰ ਦੀ। ਫਰੋਜ਼ਨ ਜਿਹੜਾ ਸ਼ੋਲਡਰ ਹੈ ਜੀ, ਇਹਦੇ ਕਈ ਕਾਰਨ ਨੇ। ਕਈ ਵਾਰ ਬਾਈਪਾਸ ਸਰਜਰੀ ਹੁੰਦੀ ਹੈ, ਛਾਤੀ ਖੋਲ ਕੇ ਫੇਰ ਬੰਦ ਕਰਦੇ ਨੇ, ਪੇਨ ਹੁੰਦੀ ਹੈ, ਸਾਹ ਨਹੀਂ ਲੈ ਸਕਦਾ ਬੰਦਾ, ਖੰਘਦਾ ਹੈ। ਉਹਦੇ ਕਰਕੇ ਕੀ ਹੁੰਦਾ ਹੈ ਕਿ ਉਹ ਮੂਵਮੈਂਟ ਘੱਟ ਜਾਂਦੀ ਹੈ ਮੋਢੇ ਦੀ, ਉਹਦੇ ਕਰਕੇ ਉਹ ਜਾਮ ਹੋ ਜਾਂਦਾ ਆਫਟਰ ਸਰਜਰੀ। ਜਾਂ ਕਈ ਵਾਰੀ ਬ੍ਰੈਸਟ ਕੈਂਸਰ ਹੋ ਜਾਂਦਾ, ਮੈਮਰੀ ਗਲੈਂਡਸ ਕੱਢੀਆਂ ਜਾਂਦੀਆਂ ਨੇ, ਉਹ ਤੋਂ ਬਾਅਦ ਉਹ ਸ਼ੋਲਡਰ ਫਰੋਜ਼ ਹੋ ਜਾਂਦਾ। ਜਾਂ ਕਈ ਵਾਰੀ ਕੋਈ ਇੰਜਰੀ ਹੋ ਜਾਂਦੀ ਹੈ, ਬਾਂਹ ਟੁੱਟ ਗਈ, ਹੰਸ ਦੀ ਹੱਡੀ ਟੁੱਟ ਗਈ ਜਿਹਨੂੰ ਕਲਾਈਵਿਕਲ ਕਹਿ ਦਿੰਦੇ ਆ, ਉਹ ਤੋਂ ਬਾਅਦ ਉਹ ਪਲਾਸਟਰ ਜਿਹਾ ਲੱਗਦਾ ਹੈ, ਉਹ ਬਾਂਹ ਹਿਲਾਉਣ ਤੋਂ ਮਨਾ ਕਰਦੇ ਨੇ। ਉਹ 1.5-2 ਮਿੰਟ ਬਾਅਦ ਪਲਾਸਟਰ ਖੁੱਲ੍ਹਦਾ ਹੈ, ਮੋਢਾ ਜਾਮ ਹੋ ਜਾਂਦਾ। ਬਾਂਹ ਟੁੱਟ ਜਾਂਦੀ ਹੈ, ਪਲਾਸਟਰ ਲੱਗਦਾ, ਹਿਲਾਉਣ ਤੋਂ ਮਨਾ ਕਰਦੇ ਆ 1.5 ਮਹੀਨਾ, ਉਹ ਤੋਂ ਬਾਅਦ ਉਹ ਜਾਮ ਹੋ ਜਾਂਦਾ। ਇਹ ਤਾਂ ਕੁਛ ਜਿਹੜੇ ਪਤਾ ਕਾਰਨ ਨੇ। ਇੱਕ ਟਰਮ ਯੂਜ਼ ਹੁੰਦੀ ਹੈ ਈਡੀਓਪੈਥਿਕ, ਕਿ ਕਾਰਨ ਹੀ ਨਹੀਂ ਪਤਾ ਕਿ ਉਹ ਜਾਮ ਹੋ ਗਏ, ਇਹ ਵੀ ਹੁੰਦਾ। ਅੱਛਾ, ਬੇਮਤਲਬ ਹੀ ਉਹ ਉਸਰ ਜਾਂਦਾ ਜਿਹਨੂੰ ਆਪਾਂ ਪੰਜਾਬੀ। ਹਾਂ। ਤੋ ਇਹਦਾ ਕਾਰਨ ਦੇਖੋ, ਜਿਹੜਾ ਆਮ ਤੌਰ 'ਤੇ ਪਾਇਆ ਜਾਂਦਾ, ਜੋ ਮੇਰਾ ਤਜਰਬਾ ਕਹਿ ਰਿਹਾ ਕਿ ਉਹ 40 ਸਾਲ ਤੋਂ 70 ਸਾਲ ਦੇ ਵਿੱਚ ਫਰੋਜ਼ਨ ਸ਼ੋਲਡਰ ਹੁੰਦਾ। ਅੱਛਾ, 40 ਸਾਲ ਤੋਂ 70 ਸਾਲ ਦੇ ਵਿੱਚ ਹਰ ਬੰਦੇ ਨੂੰ ਤਕਰੀਬਨ ਫਰੋਜ਼ਨ ਸ਼ੋਲਡਰ ਹੋ ਜਾਂਦਾ। ਕਿਉਂ? ਇਹੀ ਕਿਉਂ ਤਾਂ ਈਡੀਓਪੈਥਿਕ ਹੈ, ਮਤਲਬ ਬੇਮਤਲਬ ਪਤਾ ਨਹੀਂ ਕਿਉਂ ਹੋ ਗਿਆ ਇਹ ਈਡੀਓਪੈਥਿਕ। ਇਹਨੂੰ ਅਸੀਂ ਮੈਡੀਕਲ ਟਰਮੀਨੋਲੋਜੀ 'ਚ ਈਡੀਓਪੈਥਿਕ ਕਹਿ ਦਿੰਦੇ ਹਾਂ। ਦੂਜਾ ਮੈਂ ਇਹ ਵੀ ਕਹਿ ਸਕਦਾ ਕਿ ਜਿਵੇਂ ਆਪਣੀ ਲਾਈਫ ਸਟਾਈਲ ਹੈ, ਆਪਾਂ ਦਿਨ 'ਚ ਬਾਂਹ ਐਵੇਂ ਉੱਪਰ ਕਿੰਨਾ ਕੁ ਚੱਕਦੇ ਹਾਂ, ਜਾਂ ਆਪਾਂ ਬਾਂਹ ਐ ਪਿੱਛੇ ਕਿੰਨਾ ਕੁ ਲੈ ਕੇ ਜਾਂਦੇ ਹਾਂ। ਸੋ ਤੁਹਾਡਾ ਲਾਈਫ ਸਟਾਈਲ, ਤੁਹਾਡੀ ਐਕਟੀਵਿਟੀ ਨਹੀਂ ਹੈਗੀ। ਪਹਿਲੇ ਆਪਾਂ ਬਾਹਾਂ ਨਾਲ ਬੜਾ ਕੁਛ ਕਰਦੇ ਸੀਗੇ, ਜਾਲੇ ਜੂਲੇ ਵੀ ਲਾ ਲੈਂਦੇ ਸੀਗੇ, ਠੀਕ ਹੈ। ਅਤੇ ਮੈਨੂੰ ਇੱਕ ਹਾਸੇ ਦੀ ਗੱਲ ਯਾਦ ਆਉਂਦੀ ਹੈ। ਮੈਂ ਆਪਣੀ ਕਲਾਸ 'ਚ ਪੜ੍ਹਾਉਂਦੇ ਹੋਏ ਬੱਚਿਆਂ ਨੂੰ ਪੁੱਛਿਆ ਕਿ ਦੱਸੋ ਬਾਂਹ ਹੈ ਉੱਪਰ ਕਦੋਂ ਚੱਕਦੇ ਆ, ਅਤੇ ਬੱਚੇ ਸੋਚਣ ਲੱਗ ਗਏ। ਕਿਸੇ ਇੱਕ ਨੇ ਕਿਹਾ ਜਾਲੇ ਲਾਉਂਦੇ, ਕਿਸੇ ਨੇ ਕਿਹਾ ਕੱਪੜੇ ਟੰਗਦੇ, ਇੱਕ ਕਹਿੰਦਾ ਮੰਦਰ ਦਾ ਘੰਟਾ ਵਜਾਉਂਦੇ। ਅਤੇ ਫਿਰ ਮੈਂ ਹੱਸ ਕੇ ਬੱਚਿਆਂ ਨੂੰ ਕਿਹਾ, ਬੱਚਿਓ ਤੁਸੀਂ ਤਾਂ ਉਹ ਵੀ ਨਹੀਂ ਜਾਂਦੇ ਹੁਣ ਮੰਦਰ, ਤੁਹਾਨੂੰ ਫੋਨਾਂ ਤੋਂ ਹੀ ਫੁਰਸਤ ਨਹੀਂ ਮਿਲਦੀ। ਸੋ ਤਾਂ ਚਲੋ ਹਾਸੇ ਦੀ ਗੱਲ ਸੀਗੀ, ਪਰ ਆਪਣੀ ਜਿਹੜੀ ਐਕਟੀਵਿਟੀ ਉਹ ਬੜੀ ਘੱਟ ਗਈ ਹੈ, ਉਹਦੇ ਕਰਕੇ ਜੋੜਾਂ 'ਤੇ ਅਸਰ ਆ ਰਿਹਾ ਹੈ। ਇਹ ਚੀਜ਼ ਹੈ। ਅਤੇ ਇਸ ਤੋਂ ਇਲਾਵਾ ਕੁਝ ਕਾਰਨ ਹੋਰ ਵੀ ਨੇ, ਜਿਸ ਤਰ੍ਹਾਂ ਯੂਰਿਕ ਐਸਿਡ ਵੱਧ ਜਾਣਾ, ਜਿਸ ਤਰ੍ਹਾਂ ਸ਼ੂਗਰ ਦੀ ਬਿਮਾਰੀ ਹੋ ਜਾਣਾ, ਕੋਈ ਇਸ ਤਰ੍ਹਾਂ ਦੇ ਹੋਰ ਕੁਝ ਵੀ ਕਾਰਨ ਨੇ ਜਿਹਦੇ ਕਰਕੇ ਸ਼ੋਲਡਰ ਫਰੋਜ਼ਨ ਹੋ ਜਾਂਦਾ? ਬਹੁਤ ਵਧੀਆ ਗੱਲ ਤੁਸੀਂ ਇਹ ਇੱਕ ਰੱਖੀ ਹੈ। ਅਗਰ ਡਾਇਬਟੀਜ਼ ਹੋਵੇ ਨਾ ਜੀ,
ਫਿਰ ਵੀ ਫਰੋਜ਼ਨ ਸ਼ੋਲਡਰ ਬੜਾ ਕਾਮਨ ਹੈ। ਤੇ ਡਾਇਬਟੀਜ਼ ਕਰਕੇ ਪ੍ਰੋਬਲਮ ਇਹ ਹੈ ਕਿ ਉਹ ਜਿਹੜਾ ਫਰੋਜ਼ਨ ਸ਼ੋਲਡਰ ਹੈ ਉਹ ਇਹੋ ਜਿਹਾ ਫਰੋਜ਼ ਹੁੰਦਾ ਕਿ ਉਹਨੂੰ ਖੋਲ੍ਹਣਾ ਔਖਾ ਹੋ ਜਾਂਦਾ। ਕਾਰਨ ਬਹੁਤ ਟਾਈਮ ਲੈਂਦਾ। ਕਾਰਨ ਇਹ ਹੈ ਜੀ ਕਿ ਡਾਇਬਟੀਜ਼ ਜਦੋਂ ਹੋਵੇ ਔਰ ਉਹ ਕੰਟਰੋਲ 'ਚ ਨਾ ਹੋਵੇ ਤਾਂ ਸਰੀਰ ਦਾ ਕੋਈ ਵੀ ਜ਼ਖਮ ਭਰਦਾ ਨਹੀਂ ਹੈ, ਉਹ ਹੀਲਿੰਗ ਬੜੀ ਸਲੋ ਹੋ ਜਾਂਦੀ ਹੈ ਸਰੀਰ ਦੀ। ਸੋ ਫਰੋਜ਼ਨ ਸ਼ੋਲਡਰ ਕੀ ਹੈ ਕਿ ਆ ਆਪਣਾ ਆ ਮੰਨ ਲਓ ਬਾਂਹ ਦੀ ਹੱਡੀ ਹੈ ਆਹ ਵਾਲੀ, ਤੇ ਆਹ ਕੌਲੀ ਹੈ, ਇਹਦੇ 'ਚ ਇਹ ਹੱਡੀਆਂ ਘੁੰਮ ਰਹੀ ਹੈ, ਇਹਦੇ ਉੱਤੇ ਇੱਕ ਲੇਅਰ ਹੈ, ਉਹਨੂੰ ਕੈਪਸੂਲ ਕਹਿੰਦੇ ਨੇ, ਪਤਲੀ ਝਿੱਲੀ ਕਹਿ ਲਓ, ਲਿਫਾਫੇ ਵਰਗੀ ਲੇਅਰ ਕਹਿ ਲਓ ਇੱਕ, ਜਿਹੜੀ ਆਪਣੇ ਜੁਆਇੰਟ ਨੂੰ ਪ੍ਰੋਟੈਕਟ ਕਰਦੀ ਹੈ। ਹੁਣ ਉਹ ਲੇਅਰ ਹੈ ਜਿਹੜੀ ਉਹ ਕਈ ਵਾਰ ਚਿਪਕ ਜਾਂਦੀ ਹੈ ਆਪਸ 'ਚ। ਕਾਰਨ ਇਡੀਓਪੈਥਿਕ ਜਾਂ ਇੰਜਰੀ ਜਾਂ ਸਰਜਰੀ ਤੋਂ ਬਾਅਦ ਜਾਂ ਪੋਸਟ ਫ੍ਰੈਕਚਰ ਸਟਿਫਨੈਸ ਤੋਂ ਬਾਅਦ ਮੂਵਮੈਂਟ ਨਾ ਹੋਣ ਕਰਕੇ ਉਹ ਚਿਪਕ ਗਈ ਲੇਅਰ ਆਪਸ 'ਚ। ਹੁਣ ਜਦੋਂ ਚਿਪਕ ਗਈ, ਬੰਦਾ ਮੂਵਮੈਂਟ ਕਰਦਾ, ਉੱਪਰ ਚੱਕਦਾ, ਉਹ ਚੱਕੀ ਨਹੀਂ ਜਾਂਦੀ ਉੱਤੋਂ, ਉਹ ਜਾਂ ਤਾਂ ਉਹ ਫਟਦੀ ਹੈ ਤਾਂ ਦਰਦ ਕਰਦੀ ਹੈ ਤੇ ਹੋਰ ਚਿਪਕਦੀ ਹੈ। ਉਹਦੇ 'ਚੋਂ ਫਿਰ ਕੁਝ ਕੈਮੀਕਲ ਚੀਜ਼ਾਂ ਨਿਕਲਦੀਆਂ ਨੇ ਜਿਹੜੀਆਂ ਕਿ ਉਹਨੂੰ ਹੋਰ ਚਿਪਕਾ ਦਿੰਦੀਆਂ ਨੇ। ਹੁਣ ਡਾਇਬਟੀਜ਼ ਪੇਸ਼ੈਂਟ 'ਚ ਕੀ ਹੈ ਕਿ ਜ਼ਖਮ ਭਰਦਾ ਨਹੀਂ ਜਲਦੀ, ਉਹ ਹੋਰ ਤੰਗ ਕਰਦਾ ਹੈ। ਸੋ ਜਿਹੜਾ ਉਹ ਵਾਲਾ ਕੇਸ ਹੈ ਫਰੋਜ਼ਨ ਸ਼ੋਲਡਰ ਦਾ, ਉਹ ਕਈ ਵਾਰੀ ਬਹੁਤ ਸਮਾਂ ਲੈ ਜਾਂਦਾ ਖੁੱਲ੍ਹਣ 'ਚ। ਅਗਰ ਪੇਸ਼ੈਂਟ ਰੈਗੂਲਰ ਮੇਨਟੇਨ ਕਰੇ ਆਪਣੀ ਬਲੱਡ ਸ਼ੂਗਰ ਤੇ ਫਿਰ ਉਹ ਜਲਦੀ ਠੀਕ ਹੋ ਜਾਂਦਾ। ਯੂਰਿਕ ਐਸਿਡ ਦਾ ਜੀ ਮੇਰੇ ਖਿਆਲ ਇੰਨਾ ਰੋਲ ਨਹੀਂ ਹੈਗਾ, ਜੋ ਮੇਰਾ ਤਜਰਬਾ ਕਹਿੰਦਾ। ਡਾਇਬਟੀਜ਼ ਦਾ ਬਹੁਤ ਵੱਡਾ ਰੋਲ ਹੈ। ਅੱਛਾ, ਹੁਣ ਆਈਏ ਆਪਾਂ, ਤੁਸੀਂ ਇੰਜਰੀਜ਼ ਦੀ ਗੱਲ ਕੀਤੀ ਹੈ। ਜ਼ਿਆਦਾਤਰ ਜਿਹੜਾ ਅਗਰ ਤੁਸੀਂ ਬਾਕੀ ਦੀਆਂ ਚੀਜ਼ਾਂ ਜੇਕਰ ਤੁਸੀਂ ਗੱਲ ਕੀਤੀ ਹੈ ਤਾਂ ਇੱਕ ਲਿਗਾਮੈਂਟ ਜਿਹੜਾ ਹੁੰਦਾ, ਲਿਗਾਮੈਂਟ ਇੰਜਰੀ ਜਿਹੜੀ ਹੈ ਉਹ ਵੀ ਸ਼ੋਲਡਰ ਨੂੰ ਫਰੋਜ਼ਨ ਕਰ ਦਿੰਦੀ ਹੈ। ਲਿਗਾਮੈਂਟ ਇੰਜਰੀ ਨਹੀਂ ਫਰੋਜ਼ਨ ਨੂੰ ਮਤਲਬ ਸ਼ੋਲਡਰ ਨੂੰ ਫਰੋਜ਼ ਕਰਦੀ। ਲਿਗਾਮੈਂਟ ਇੰਜਰੀ ਕਰਕੇ ਜਦੋਂ ਡਾਕਟਰ ਉਹਨੂੰ ਕਹਿੰਦਾ ਕਿ ਤੂੰ ਮਹੀਨਾ ਬਾਂਹ ਹਿਲਾਉਣੀ ਨਹੀਂ, ਮੂਵਮੈਂਟ ਨਹੀਂ ਕਰਨੀ, ਮੂਵਮੈਂਟ ਰਿਸਟ੍ਰਿਕਸ਼ਨ ਹੈ ਜਿਹੜੀ, ਉਦੋਂ ਉਹ ਕੈਪਸੂਲ ਚਿਪਕ ਜਾਂਦਾ। ਲਿਗਾਮੈਂਟ ਤਾਂ ਹੀਲ ਕਰ ਜਾਂਦਾ, ਪਰ ਉਹ ਕੈਪਸੂਲ ਚਿਪਕਣ ਕਰਕੇ ਉਹ ਫਿਰ ਮੂਵਮੈਂਟ ਰਿਸਟ੍ਰਿਕਟ ਹੋ ਜਾਂਦੀ ਹੈ। ਪਲੱਸ ਲਿਗਾਮੈਂਟ ਦੀ ਆਪਣੀ ਇਲਾਸਟਿਸਿਟੀ ਵੀ ਘਟ ਜਾਂਦੀ ਹੈ। ਸੋ ਇਹ ਸਾਰੇ ਕੇਸਾਂ 'ਚ ਮੈਡੀਸਨ ਇਨਫਲੇਮੇਸ਼ਨ ਤਾਂ ਘਟਾ ਦਿੰਦੀ ਹੈ, ਪਰ ਜਿਹੜਾ ਮੈਨੂਅਲ ਹੈਂਡ ਹੈ ਫਿਜ਼ੀਓਥੈਰੇਪਿਸਟ ਦਾ, ਉਹ ਬਹੁਤ ਜ਼ਰੂਰੀ ਹੈ, ਉਦੋਂ ਚਾਹੀਦਾ ਹੀ ਚਾਹੀਦਾ ਹੈ। ਹੁਣ ਆਈਏ ਡਾਕਟਰ ਸਾਹਿਬ ਕਿ ਇੱਕ ਬੰਦਾ ਉਹਦੇ ਫਰੋਜ਼ਨ ਸ਼ੋਲਡਰ ਹੋ ਗਿਆ, ਉਹਦਾ ਸ਼ੋਲਡਰ ਜਿਹੜਾ ਉਹ ਜਾਮ ਹੋ ਗਿਆ, ਮੋਢਾ ਜਾਮ ਹੋ ਗਿਆ, ਉਹਨੂੰ ਪਤਾ ਨਹੀਂ ਵੀ ਮੇਰਾ ਮੋਢਾ ਜਾਮ ਹੋ ਗਿਆ, ਉਹ ਪੁੱਠੇ ਸਿੱਧੇ ਪੰਗੇ ਲੈ ਰਿਹਾ, ਉਹ ਕਦੇ ਕੋਈ ਕਿਹੜੀ ਐਕਸਰਸਾਈਜ਼ ਕਰ ਰਿਹਾ, ਕਦੇ ਕਿਹੜੀ ਐਕਸਰਸਾਈਜ਼ ਕਰ ਰਿਹਾ। ਉਹਨੂੰ ਕਿਵੇਂ ਪਤਾ ਲੱਗੇ ਵੀ ਤੇਰਾ ਕਾਕਾ ਜੀ ਤੇਰਾ ਸ਼ੋਲਡਰ ਜਿਹੜਾ ਉਹ ਜਾਮ ਹੋ ਗਿਆ, ਫਰੋਜ਼ਨ ਹੋ ਚੁੱਕਿਆ? ਕਿਵੇਂ ਪਤਾ ਲੱਗਿਆ, ਕੀ ਲੱਛਣ ਨੇ ਉਹਦੇ? ਬੜਾ ਹੀ ਵਧੀਆ ਕੁਐਸਚਨ ਪੁੱਛਿਆ ਜੀ ਤੁਸੀਂ। ਇਹ ਪੇਸ਼ੈਂਟ ਨੂੰ ਆਪੇ ਕਿਵੇਂ ਪਤਾ ਲੱਗੇ ਕਿ ਮੇਰਾ ਮੋਢਾ ਜਾਮ ਹੋ ਰਿਹਾ? ਹੋਰ ਪੰਗੇ ਨਾ ਲਵੇ। ਹਾਂ ਬਿਲਕੁਲ। ਫਰੋਜ਼ਨ ਸ਼ੋਲਡਰ ਦੀ ਜਿਹੜੀ ਪਹਿਲੀ ਸਟੇਜ ਹੈ ਉਹਨੂੰ ਫਰੀਜ਼ਿੰਗ ਸਟੇਜ ਕਹਿੰਦੇ। ਇਹਦੇ 'ਚ ਮੋਢੇ 'ਚ ਦਰਦ ਹੋਊਗਾ, ਇੱਥੇ ਬਾਂਹ 'ਤੇ ਦਰਦ ਹੋਊਗਾ, ਉਹ ਦਬਾਊਗਾ, ਉਹਨੂੰ ਆਰਾਮ ਮਿਲੂਗਾ ਦਬਾਏ 'ਤੇ। ਦਰਦ ਇੱਥੇ ਹੋਊਗਾ, ਜਾਮ ਇੱਥੇ ਹੋ ਰਿਹਾ, ਠੀਕ ਹੈ। ਰਾਤੀ ਦਰਦ ਜ਼ਿਆਦਾ ਹੋਊਗਾ, ਉਦੋਂ ਸਟਿਫਨੈਸ ਨਹੀਂ ਆਊਗੀ, ਪਰ ਜਦੋਂ ਮੂਵਮੈਂਟ ਕਰੂਗਾ ਉਹਨੂੰ ਪੇਨ ਆਏਗੀ। ਇਹ ਅਰਲੀ ਸਟੇਜ ਹੈ। ਇਸ ਸਟੇਜ 'ਤੇ ਜੇ ਸਾਡੇ ਕੋਲ ਬੰਦਾ ਆ ਜਾਂਦਾ 4-5 ਦਿਨ ਠੀਕ ਹੋ ਜਾਂਦਾ। ਅੱਛਾ, ਹਾਂ, ਪਰ ਕੱਲਾ ਸਾਡਾ ਰੋਲ ਨਹੀਂ ਹੈ ਇਹਦੇ 'ਚ। ਅਗੇਨ ਕਿਉਂਕਿ ਅਰਲੀ ਸਟੇਜ ਹੈ, ਅਗਰ ਇਨਫਲੇਮੇਸ਼ਨ ਨਹੀਂ ਹੈ ਫਿਰ ਤਾਂ ਅਸੀਂ ਖੋਲ੍ਹ ਦਾਂਗੇ। ਪਰ ਪੇਨ ਵਾਸਤੇ ਸਾਡੇ ਕੋਲ ਕੁਝ ਮੋਡੈਲਿਟੀਜ਼ ਨੇ, ਜਿਵੇਂ ਕਿ ਲੇਜ਼ਰ ਹੈਗੀ ਹੈ, ਇਲੈਕਟ੍ਰੋਥੈਰੇਪੀ, ਕਰੰਟ ਵਾਲੀ ਮਸ਼ੀਨ ਹੈਗੀ ਹੈ, ਸੇਕ ਵਾਲੀ ਮਸ਼ੀਨ ਹੈਗੀ ਹੈ, ਹਾਂ ਸੇਕ ਵਾਲੀ ਮਸ਼ੀਨ, ਉਹਨੂੰ IFT ਕਹਿੰਦੇ ਹਾਂ ਅਸੀਂ, ਅਤੇ ਅਲਟਰਾਸਾਊਂਡ ਹੈਗੀ ਹੈ। ਸੋ ਇਹ ਕੁਝ ਮੋਡੈਲਿਟੀਜ਼ ਨੇ। ਜੇ ਇਨਫਲੇਮੇਸ਼ਨ ਥੋੜ੍ਹੀ ਬਹੁਤੀ ਹੋਵੇ ਤਾਂ ਇਹਦੇ ਨਾਲ ਅਤੇ ਮੈਨੂਅਲ ਥੈਰੇਪੀ ਨਾਲ ਅਸੀਂ ਕੰਟਰੋਲ ਕਰ ਲੈਂਦੇ ਹਾਂ। ਪਰ ਅਗਰ ਪੇਨ ਜ਼ਿਆਦਾ ਹੈ, ਪੇਸ਼ੈਂਟ ਬਹੁਤ ਸੈਂਸਿਟਿਵ ਹੈ, ਉਹ ਤੋਂ ਬਰਦਾਸ਼ਤ ਨਹੀਂ ਹੋ ਰਿਹਾ, ਫਿਰ ਉਹ ਐਲੋਪੈਥੀ ਦਾ ਸਹਾਰਾ ਲੈ ਸਕਦਾ, ਐਂਟੀ ਇਨਫਲੇਮੇਟਰੀ ਲੈ ਸਕਦਾ, ਠੀਕ ਹੈ। ਇਹ ਹੋ ਗਈ ਫਸਟ ਸਟੇਜ। ਸੈਕਿੰਡ ਸਟੇਜ ਹੈ ਫਰੋਜ਼ਨ ਸਟੇਜ। ਪਹਿਲੇ ਫਰੀਜ਼ਿੰਗ ਸੀ, ਹੁਣ ਫਰੋਜ਼ ਹੋ ਗਿਆ, ਹੁਣ ਪੇਨ ਵੀ ਹੈ ਅਤੇ ਹੁਣ ਉਹ ਜਾਮ ਵੀ ਹੋ ਗਿਆ। ਇੱਥੇ ਹੁਣ ਇਕੱਲੀ ਦਵਾਈਆਂ ਸਭ ਕੁਝ ਨਹੀਂ ਕਰ ਸਕਦੇ। ਇੱਥੇ ਫਿਰ ਮੈਨੂਅਲ ਥੈਰੇਪੀ ਚਾਹੀਦੀ ਹੈ, ਫਿਜ਼ੀਓਥੈਰੇਪਿਸਟ ਦਾ ਹੱਥ ਚਾਹੀਦਾ ਹੀ ਚਾਹੀਦਾ ਹੈ ਖੋਲ੍ਹਣ ਵਾਸਤੇ। ਇਸ ਸਟੇਜ 'ਤੇ ਜੇ ਆ ਜਾਂਦਾ ਬੰਦਾ, ਮਤਲਬ ਉਹਨੂੰ ਅਸੀਂ ਖੋਲ੍ਹ ਸਕਦੇ ਹਾਂ। ਉਹ ਹੁਣ ਕਹੂਗਾ ਕਿ ਉਹ ਕਹੂਗਾ ਜੀ ਮੇਰੇ ਕੋਲੋਂ ਨਾ ਕੰਘੀ ਕਰਨ 'ਤੇ ਵੀ ਦਰਦ ਹੁੰਦਾ, ਮੇਰੇ ਕੋਲੋਂ ਪਰਸ ਕੱਢੇ 'ਤੇ ਵੀ ਦਰਦ ਹੁੰਦਾ, ਜਾਂ ਲੇਡੀ ਆ ਕੇ ਕਹੇਗੀ ਕਿ ਮੈਂ ਸਟਰੈਪ ਨਹੀਂ ਬੰਦ ਕਰ ਸਕਦੀ, ਜਾਂ ਉਹ ਰਾਤੀ ਐਂ ਸੌਣ 'ਤੇ ਦਰਦ ਹੁੰਦਾ, ਜਾਂ ਉਹਨੂੰ ਜੇ ਉਹਨੂੰ ਦੀਵਾਰ ਨਾਲ ਮੈਂ ਖੜਾ ਕਰਾਂ ਤਾਂ ਉਹ ਇਸ ਪੋਜੀਸ਼ਨ 'ਤੇ ਦੋਨੋਂ ਦੇ ਦੀਵਾਰ 'ਤੇ ਹੱਥ ਨਹੀਂ ਲੱਗਣਗੇ, ਜਿਹੜਾ ਜਾਮ ਹੋਊਗਾ ਉਹ ਅੱਗੇ ਹੋ ਜਾਊਗਾ। ਉਹਦੇ ਤੋਂ ਇਹ 90
ਇਹ 90 ਡਿਗਰੀ ਜੇ ਐ ਦੀਵਾਰ ਤੇ ਲਾਈਏ ਤਾਂ ਉਹਦੇ ਤੋਂ ਲੱਗੇਗਾ ਨਹੀਂ, ਇਹਦਾ ਮਤਲਬ ਉਹਦਾ ਮੋਢਾ ਜਾਮ ਹੋ ਗਿਆ। ਉਹ ਹੱਥ ਉੱਪਰ ਚੱਕੂਗਾ, ਪੂਰਾ ਉੱਪਰ ਨਹੀਂ ਜਾਊਗਾ, ਥੋੜਾ ਹੀ ਉੱਪਰ ਜਾਊਗਾ, ਇਹਦਾ ਮਤਲਬ ਮੋਢਾ ਜਾਮ ਹੋ ਗਿਆ। ਹੁਣ ਉਹਨੂੰ ਫਿਜ਼ੀਓਥੈਰੇਪੀ ਚਾਹੀਦੀ ਹੈ, ਹੁਣ ਬਿਨਾਂ ਫਿਜ਼ੀਓਥੈਰੇਪੀ ਦੇ ਠੀਕ ਨਹੀਂ ਹੋਏਗਾ। ਡਾਕਟਰ ਸਾਹਿਬ ਤੁਸੀਂ ਮੂਵਮੈਂਟਸ ਦੱਸੀਆਂ ਨੇ, ਅਤੇ ਮੈਨੂੰ ਲੱਗਦਾ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਵੀ ਸਵਾਲ ਆਇਆ ਹੋਣਾ ਕਿ ਕਿਹੜੀਆਂ ਮੂਵਮੈਂਟਸ ਜਿਹੜੀਆਂ ਨੇ ਉਹਦੇ ਵਿੱਚ ਜਾਮ ਹੋਏ ਨੇ। ਮੋਢਾ ਇਕੱਲਾ ਜਾਮ ਨਹੀਂ ਹੁੰਦਾ, ਉਹਦੇ ਨਾਲ ਕਈ ਮੂਵਮੈਂਟਸ ਜਾਮ ਹੋਏ ਨੇ, ਜਿਸ ਤਰ੍ਹਾਂ ਤੁਸੀਂ ਆਹ ਦੱਸੀ ਆ, ਜਿਸ ਤਰ੍ਹਾਂ ਤੁਸੀਂ ਕੁਛ ਕਿੰਨੀਆਂ ਮੂਵਮੈਂਟਸ ਜਿਹੜੀਆਂ ਨੇ ਇਹਦੇ ਨਾਲ ਜਾਮ ਹੋ ਜਾਂਦੀਆਂ ਨੇ। ਅਤੇ ਉਹ ਫਿਰ ਅਗਲਾ ਸਵਾਲ ਆਪਾਂ ਕਰਾਂਗੇ ਕਿ ਇਹ ਕਿਹੜੀ ਸਟੇਜ ਹੈਗੀ ਹੈ ਜੀ। ਦੇਖੋ ਮੋਢੇ 'ਚ ਨਾ ਬੜੀ ਮੂਵਮੈਂਟਸ ਨੇ, ਮੈਡੀਕਲ ਟਰਮੀਨੋਲੋਜੀ 'ਚ ਫਲੈਕਸ਼ਨ, ਐਕਸਟੈਂਸ਼ਨ, ਅਬਡਕਸ਼ਨ, ਅਡਕਸ਼ਨ, ਰੋਟੇਸ਼ਨ, ਠੀਕ ਹੈ। ਦੇਸੀ ਭਾਸ਼ਾ 'ਚ ਮੈਂ ਇਹ ਕਹੂੰਗਾ ਕਿ ਬਾਂਹ ਉੱਪਰ ਚੱਕਣ 'ਚ ਤਕਲੀਫ ਹੋਏਗੀ, ਬਾਂਹ ਪਿੱਠ ਪਿੱਛੇ ਲਿਜਾਣ 'ਚ ਤਕਲੀਫ ਹੋਏਗੀ, ਬਾਂਹ ਜੇ ਤੁਸੀਂ ਬੈੱਡ 'ਤੇ ਲੇਟੇ ਹੋ ਦੋਨੋਂ ਹੱਥ ਐਂ ਲਗਾਉਣੇ ਆ ਤਾਂ ਉਹ ਤੁਹਾਡੇ ਤੋਂ ਲੱਗਣਗੇ ਨਹੀਂ, ਦੁਖੂਗਾ, ਠੀਕ ਹੈ। ਤੁਸੀਂ ਕੁਝ ਭਾਰਾ ਚੱਕਣਾ, ਤੁਹਾਡੇ ਤੋਂ ਚੱਕਿਆ ਨਹੀਂ ਜਾਊਗਾ, ਤੁਹਾਨੂੰ ਇੱਥੇ ਦਰਦ ਹੋਊਗੀ। ਸੋ ਮੂਵਮੈਂਟ ਨਾਲ ਪੇਨ ਆਏਗੀ, ਯਾਨੀ 4 ਮੂਵਮੈਂਟਸ ਜਿਹੜੀਆਂ ਨੇ ਉਹ ਜਾਮ ਹੋ ਜਾਂਦੀਆਂ ਨੇ। ਇਹ ਜਾਮ ਹੋ ਜਾਂਦੀ ਹੈ ਬੁਰੀ ਤਰ੍ਹਾਂ। ਉੱਪਰ ਐ ਤਾੜੀ ਨਹੀਂ ਮਾਰ ਸਕੋਗੇ, ਮਾਰੋਗੇ ਸਾਹਮਣੇ ਉਹਦੀ ਮਾਰੋਗੇ, ਪਿੱਛੇ ਉਹਦੀ ਨਹੀਂ ਮਾਰ ਸਕਦੇ। ਤੁਸੀਂ ਐਂ ਲੈ ਕੇ ਜਾਓਗੇ, ਟੇਢਾ ਜਾਊਗਾ ਹੱਥ, ਬਿਲਕੁਲ ਸਿੱਧਾ ਨਹੀਂ ਜਾਊਗਾ। ਇਹ ਚੀਜ਼ ਹੈ। ਇਹ ਹੁਣ ਇਹ ਦੱਸੋ, ਤੁਸੀਂ ਸਟੇਜ ਦੱਸੀ, ਪਹਿਲੀ ਸਟੇਜ ਦੇ ਵਿੱਚ ਆ ਗਿਆ ਤਾਂ ਉਹ ਫਰੀਜ਼ ਹੋ ਗਿਆ, ਦੂਜੀ ਸਟੇਜ 'ਤੇ ਆ ਗਿਆ ਤਾਂ ਫਰੋਜ਼ਨ ਹੋ ਗਿਆ। ਕਿੰਨੀਆਂ ਸਟੇਜ ਨੇ ਫਰੋਜ਼ਨ ਸ਼ੋਲਡਰਸ ਦੀਆਂ ਜਿਹੜੀਆਂ? ਟੋਟਲ 3 ਸਟੇਜਿਸ ਹੈ ਜੀ। ਪਹਿਲੇ ਫਰੀਜ਼ਿੰਗ ਹੈ, ਫਿਰ ਫਰੋਜ਼ਨ ਹੈ, ਫਿਰ ਥਾਇੰਗ ਸਟੇਜ ਕਹਿੰਦੇ ਨੇ। ਉਹ ਕਾਫੀ ਲੰਬੀ ਚਲੀ ਜਾਂਦੀ ਹੈ, ਇਹਦਾ ਮਤਲਬ ਬਹੁਤ ਸੀਵੀਅਰ ਕੇਸ ਹੋ ਗਿਆ। ਉਹਨੂੰ ਖੋਲਦੇ ਵੀ ਬਹੁਤ ਟਾਈਮ ਲੱਗ ਜਾਂਦਾ। ਅਗਰ ਉਹ ਡਾਇਬਟਿਕ ਹੋਵੇ ਤਾਂ ਹੋਰ ਵੀ ਟਾਈਮ ਲੱਗ ਜਾਂਦਾ। ਪਰ ਇਹ ਡਿਪੈਂਡ ਕਰਦਾ ਕਈ ਚੀਜ਼ਾਂ 'ਤੇ ਕਿ ਉਹਦੀ ਰਿਕਵਰੀ ਕਿਵੇਂ ਆਏਗੀ। ਪਹਿਲਾਂ ਡਿਪੈਂਡ ਕਰਦਾ ਹੈ ਪੇਸ਼ੈਂਟ ਆਪ ਕਿੰਨਾ ਡੈਡੀਕੇਟਿਡ ਹੈ, ਕਿ ਜੋ ਮੈਂ ਐਕਸਰਸਾਈਜ਼ ਦੱਸ ਰਿਹਾ, ਜਿੰਨਾ ਮੈਂ ਅੱਜ ਖੋਲ੍ਹਿਆ, ਕਿ ਉਹ ਰੇਂਜ ਮੇਨਟੇਨ ਕਰ ਪਾ ਰਹੇ ਅਗਲੀ ਸਵੇਰ ਤੱਕ। ਦੂਜਾ ਪੇਸ਼ੈਂਟ ਦੀ ਸੈਂਸਿਟੀਵਿਟੀ ਕਿੰਨੀ ਹੈ, ਅਗਰ ਉਹ ਮੈਨੂੰ ਹਿਲਾਣ ਹੀ ਨਹੀਂ ਦੇਣ ਪਾ ਰਿਹਾ, ਦਰਦ ਬਰਦਾਸ਼ਤ ਕਰਨ ਦੀ ਸ਼ਕਤੀ ਕਿੰਨੀ। ਹਾਂ, ਕਈ ਪੇਸ਼ੈਂਟ ਬਹੁਤ ਸੈਂਸਿਟਿਵ ਹੁੰਦੇ ਨੇ, ਉਹ ਕਹਿੰਦੇ ਮੇਰੇ ਤੋਂ ਤਾਂ ਯਾਰ ਖੁੱਲਦਾ ਨਹੀਂ, ਮੈਂ ਤਾਂ ਦਵਾਈਆਂ ਹੀ ਖਾ ਲੂੰਗਾ। ਅਸੀਂ ਉਹਨੂੰ ਕਹਿੰਦੇ ਹਾਂ ਠੀਕ ਹੈ ਤੂੰ ਖਾ ਲੈ ਦਵਾਈਆਂ, ਠੀਕ ਹੈ, ਪਰ ਆਉਣਾ ਪੈਣਾ ਤੈਨੂੰ, ਕੱਲੀ ਦਵਾਈ ਨਾਲ ਨਹੀਂ ਖੁੱਲਣਾ। ਇੱਕ ਨਾ ਇੱਕ ਦਿਨ ਇੱਥੇ ਆਏਗਾ, ਆਉਣਾ ਹੀ ਪੈਣਾ, ਕਿਸੇ ਨਾ ਕਿਸੇ ਫਿਜ਼ੀਓ ਦੇ ਹੱਥ ਲੱਗਣੇ ਹੀ ਪੈਣੇ। ਅੱਛਾ ਇਹ ਦੱਸੋ ਕਿ ਕਿਹੜੀ ਸਟੇਜ ਐਸੀ ਹੁੰਦੀ ਹੈ ਜਿਹਦੇ 'ਚ ਜਾ ਕੇ ਤੁਸੀਂ ਵੀ ਹੱਥ ਖੜੇ ਕਰ ਦਿੰਦੇ ਹੋ ਵੀ ਨਹੀਂ ਇਹ ਹੁਣ ਨਹੀਂ ਹੋ ਸਕਦਾ, ਇਹ ਤੁਸੀਂ ਹੁਣ ਤੁਹਾਡਾ ਆਪਰੇਸ਼ਨ ਹੀ ਹੋਏਗਾ? ਕੋਈ ਇੱਦਾਂ ਦੀ ਵੀ ਸਟੇਜ ਹੁੰਦੀ ਹੈ? ਕਈ ਵਾਰ ਨਾ ਜੀ ਜੁਆਇੰਟ ਫਿਊਜ਼ ਕਰ ਜਾਂਦਾ ਆਪਸ 'ਚ, ਅਤੇ ਉਹ ਇੰਨਾ ਮਤਲਬ ਬਹੁਤ ਪੁਰਾਣਾ ਕੇਸ ਹੋਵੇ, ਉਹਨੂੰ ਪਤਾ ਹੀ ਨਹੀਂ ਹੁੰਦਾ ਕੀ ਕਰਨਾ ਕੀ ਨਹੀਂ ਕਰਨਾ, ਚੱਲੀ ਜਾਂਦਾ ਬੰਦਾ, ਅਵੇਅਰਨੈਸ ਨਹੀਂ ਹੈ। ਉਹ ਫਿਰ ਨਾ ਟਕ 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 ਜਿਵੇਂ ਡਰਾਮਪੁਰੀ ਚਾਕੂ ਖੁੱਲਦਾ ਇੱਦਾਂ ਆਵਾਜ਼ ਕਰਦਾ ਜੋੜ। ਇੱਦਾਂ ਦੇ ਕੇਸ ਵੀ ਦੇਖੇ ਨੇ, ਖੋਲ੍ਹੇ ਨੇ, ਪਰ ਉਹ ਮੇਨਟੇਨ ਨਹੀਂ ਹੋ ਪਾਉਂਦੇ ਕਿਉਂਕਿ ਪੇਸ਼ੈਂਟ ਐਕਸਰਸਾਈਜ਼ ਨਹੀਂ ਕਰਦਾ। ਜੇ ਐਕਸਰਸਾਈਜ਼ ਕਰ ਲੇ ਤਾਂ ਕਾਫੀ ਬੈਟਰ ਹੋ ਜੇ। ਇਹ ਜਿਹੜਾ ਫਰੋਜ਼ਨ ਸ਼ੋਲਡਰ ਖੋਲ੍ਹਣਾ ਹੈ ਨਾ, ਇਹਦੇ 'ਚ ਮਰੀਜ਼ ਨੂੰ ਬੜਾ ਸਬਰ ਚਾਹੀਦਾ। ਖੁੱਲ੍ਹ ਜਾਏਗਾ, ਦੇਖੋ ਜਿੰਨਾ ਜਲਦੀ ਆ ਗਿਆ ਉਨੀ ਜਲਦੀ ਖੁੱਲ੍ਹ ਜਾਊਗਾ। 5 ਦਿਨ 'ਚ ਵੀ ਖੁੱਲ੍ਹ ਜਾਂਦਾ, ਕਈ ਵਾਰ 15 ਦਿਨ 'ਚ ਵੀ ਖੁੱਲ੍ਹ ਜਾਂਦਾ, ਕਈ ਵਾਰ ਮਹੀਨੇ 'ਚ ਵੀ ਖੁੱਲ੍ਹ ਜਾਂਦਾ, ਕਈ ਵਾਰ 6 ਮਹੀਨੇ ਵੀ ਲੱਗ ਜਾਂਦੇ ਨੇ। ਇਹ ਡਿਪੈਂਡ ਕਰਦਾ ਪੇਸ਼ੈਂਟ 'ਤੇ ਕਿ ਉਹ ਕਿੰਨਾ ਅਰਲੀ ਆ ਰਿਹਾ, ਕਿੰਨਾ ਡੈਡੀਕੇਟਲੀ ਫੋਲੋ ਕਰ ਰਿਹਾ। ਥੋੜ੍ਹੀ ਜਿਹੀ ਉਹਨੂੰ ਸਹਿਨ ਸ਼ਕਤੀ ਰੱਖਣੀ ਪੈਣੀ ਹੈ, ਕਾਫੀ ਚੀਜ਼ਾਂ ਨੇ ਜੀ। ਅੱਛਾ ਕੁਛ ਇਸ ਤਰ੍ਹਾਂ ਹੁੰਦਾ ਡਾਕਟਰ ਸਾਹਿਬ ਕਿ ਪੁੱਠਾ ਸਿੱਧਾ ਖਾ ਲਿਆ, ਖਾਣ ਪੀਣ ਦੇ ਨਾਲ ਵੀ ਜਿਹੜਾ ਉਹ ਕੁਝ ਇਸ ਤਰ੍ਹਾਂ ਦਾ ਕੋਈ ਚੀਜ਼, ਹੁਣ ਮੰਨ ਲਓ ਪ੍ਰੋਟੀਨ ਆਪਾਂ ਜ਼ਿਆਦਾ ਖਾ ਲੈਂਦੇ ਹਾਂ, ਉਹਦੇ ਨਾਲ ਆਪਣੇ ਬਾਡੀ ਦੇ ਅੰਦਰ ਜਿਹੜਾ ਯੂਰਿਕ ਐਸਿਡ ਵੱਧ ਜਾਂਦਾ। ਕੋਈ ਚੀਜ਼ਾਂ ਐਸੀਆਂ ਜ਼ਿਆਦਾ ਖਾਣ ਦੇ ਨਾਲ ਵੀ ਬਾਡੀ ਦੇ ਅੰਦਰ ਜਿਹੜਾ ਉਹ ਇਹ ਪ੍ਰੋਬਲਮ ਹੋਵੇ ਅਤੇ ਉਹਦੇ ਕਰਕੇ ਵੀ ਜਾਮ ਹੋ ਜਾਂਦਾ, ਹੁਣ ਕੁਛ ਤਰ੍ਹਾਂ ਦਾ ਕੋਈ ਹੈ ਕੋਈ? ਜਿੰਨਾ ਕੁ ਮੈਨੂੰ ਨੌਲੇਜ ਹੈ ਜੀ, ਵੈਸੇ ਫੀਲਡ ਮੈਡੀਸਨ ਸਪੈਸ਼ਲਿਸਟ ਦਾ ਹੈ ਕਿ ਉਹ ਕਿਵੇਂ ਕਰ ਰਹੇ, ਪਰ ਮੈਂ ਇਹ ਕਹੂੰਗਾ ਕਿ ਅਗਰ ਤੁਸੀਂ ਪਰ ਕਿਲੋ 1 ਗ੍ਰਾਮ ਪ੍ਰੋਟੀਨ ਦੀ ਰਿਕੁਆਇਰਮੈਂਟ ਆ ਬਾਡੀ ਦੀ, ਜੇ ਤੁਸੀਂ ਐਕਸੈਸਿਵ ਪ੍ਰੋਟੀਨ ਲੈ ਰਹੇ ਹੋ, ਉਹ ਡੈਫੀਨੇਟਲੀ ਤੁਹਾਡਾ ਯੂਰਿਕ ਐਸਿਡ ਵਧੇਗਾ, ਤੁਹਾਡਾ ਕ੍ਰੀਟਿਨਾਈਨ ਵਧੇਗਾ, ਤੁਹਾਡੀ ਕਿਡਨੀ 'ਤੇ ਪ੍ਰੈਸ਼ਰ ਪਏਗਾ, ਨੁਕਸਾਨ ਹੋਏਗਾ। ਸੋ ਜਿਹੜਾ ਪ੍ਰੋਟੀਨ ਜੁਆਇੰਟਸ ਦੇ ਉੱਤੇ ਵੀ ਅਸਰ, ਹਾਂ ਬਿਲਕੁਲ, ਛੋਟੇ ਜੁਆਇੰਟਸ ਹੈ ਨਾ, ਯੂਰਿਕ ਐਸਿਡ ਦਾ ਅਸਰ ਪਹਿਲੇ ਛੋਟੇ ਜੁਆਇੰਟਸ 'ਤੇ ਪੈਂਦਾ। ਤੁਹਾਡੇ ਅੰਗੂਠੇ ਦੁਖਣਗੇ, ਉਂਗਲਾਂ ਦੁਖਣਗੀਆਂ, ਤਾਂ ਮੇਜਰ ਜੁਆਇੰਟਸ ਜਿਹੜੇ ਵੱਡੇ ਜੁਆਇੰਟਸ ਹੈ ਉਹਦੇ 'ਚ ਬਹੁਤ ਰੇਅਰ ਦੇਖਿਆ ਕਿ ਪੈਂਦਾ, ਪਰ ਜ਼ਿਆਦਾ ਫੋਕਸ ਛੋਟੇ ਜੁਆਇੰਟਸ 'ਤੇ ਹੁੰਦਾ ਅਗਰ ਯੂਰਿਕ ਐਸਿਡ ਵਧੇ। ਅੱਛਾ ਇੱਕ ਡਾਕਟਰ ਸਾਹਿਬ ਬਿਮਾਰੀ ਹੈ ਰੂਮੇਟਾਇਡ ਆਰਥਰਾਈਟਸ, ਯਾਨੀ ਕਿ ਗਠੀਏ ਦੇ ਵਿੱਚ ਵੀ ਕੀ ਇਹ ਜਾਮ ਹੋ ਜਾਂਦਾ ਮੋਢਾ ਜਿਹੜਾ? ਰੂਮੇਟਾਇਡ ਆਰਥਰਾਈਟਸ ਇਜ਼ ਅਗੇਨ ਏ ਜੁਆਇੰਟ ਡਿਜ਼ੀਜ਼, ਠੀਕ ਹੈ, ਬਿਲਕੁਲ। ਉਹ ਹਰੇਕ ਜੋੜਾਂ 'ਤੇ ਅਸਰ ਕਰਦਾ ਅਤੇ ਉਹ ਮੋਢਾ ਕਿਉਂ ਛੱਡੂਗਾ? ਉਹਨੇ ਗੋਡੇ 'ਤੇ ਵੀ ਅਸਰ ਕਰਨਾ, ਉਹਨੇ ਹੱਥਾਂ 'ਤੇ ਵੀ ਕਰਨਾ, ਉਹਨੇ ਮੋਢੇ 'ਤੇ। ਉਹ ਹੱਥ ਪਿੰਗੇ ਹੋ ਜਾਂਦੇ ਆ ਜੀ, ਡੇਵੀਏਸ਼ਨ ਹੋ ਜਾਂਦੀ ਹੈ। ਸੋ ਜਿਹੜੇ ਛੋਟੇ ਜੁਆਇੰਟਸ ਆ ਉਹਨਾਂ 'ਤੇ ਅਸਰ ਬਹੁਤ ਕਲੀਅਰ ਦਿਖਦਾ,
ਠੀਕ ਹੈ, ਹੱਥਾਂ ਤੇ ਵੀ ਅਸਰ ਦਿਖਦਾ, ਉਹ ਨੋਡਸ ਬਣ ਜਾਂਦੇ ਆ ਉਂਗਲਾਂ 'ਚ, ਸਮਾਲ ਜॉइंट्स ਜਿਹਨੂੰ ਬਾਊਚਰ ਨੋਡਸ ਜਾਂ ਹਰਬਰਡਨਸ ਨੋਡਸ ਕਹਿੰਦੇ ਆ, ਹਾਂ ਗੱਠਾਂ ਜਿਹੀਆਂ ਬਣ ਜਾਂਦੀਆਂ ਨੇ। ਸੋ ਦੇਖੋ ਰਿਮੇਟਾਇਡ ਆਰਥਰਾਈਟਿਸ ਕਰਦਾ ਹੈ, ਪਰ ਅਗੇਨ ਉਹਦੇ 'ਚ ਅਸੀਂ ਮੈਡੀਸਨ ਸਪੈਸ਼ਲਿਸਟ ਕੋਲ ਜ਼ਰੂਰ ਭੇਜਾਂਗੇ, ਨਾਲ ਐਕਸਰਸਾਈਜ਼, ਕਿਉਂਕਿ ਦਵਾਈਆਂ ਨੇ ਵੀ ਇਹਦੇ 'ਚ ਬੜਾ ਵੱਡਾ ਰੋਲ ਅਦਾ ਕਰਨਾ, ਪਲੱਸ ਐਕਸਰਸਾਈਜ਼ ਦਾ ਰੋਲ ਇਹ ਹੈ ਕਿ ਅਸੀਂ ਜਿਹੜੀ ਡਿਫਾਰਮਿਟੀਜ਼ ਹੋ ਰਹੀਆਂ ਉਹਨਾਂ ਨੂੰ ਰੋਕਣਾ, ਉਹਦੇ ਤੋਂ ਬਚਾਉਣਾ, ਹੋਰ ਉਹਨੂੰ ਮਸਲਸ ਜਿਹੜੀ ਵੀਕ ਹੋ ਰਹੀਆਂ ਉਹਨੂੰ ਮੇਨਟੇਨ ਕਰਨਾ, ਤਾਂ ਕਿ ਜਿਹੜਾ ਉਹਦੀ ਡੀਜਨਰੇਸ਼ਨ ਹੋ ਰਹੀ ਹੈ ਉਹ ਫਾਸਟ ਨਾ ਹੋਵੇ, ਸਲੋ ਕਰਦੀ ਅਸੀਂ। ਦੇਖੋ ਫਿਜ਼ੀਓਥੈਰੇਪਿਸਟ ਮੈਨੇਜ ਕਰ ਰਿਹਾ, ਜੇ ਅਸੀਂ ਕਹੀਏ ਕਿ ਅਸੀਂ ਠੀਕ ਕਰ ਰਹੇ ਹਾਂ ਇਹ ਗਲਤ ਹੋਊਗਾ। ਅਸੀਂ ਮੈਨੇਜ ਕਰ ਰਹੇ ਹਾਂ, ਵਾਲ ਚਿੱਟੇ ਹੋ ਗਏ, ਆਪਾਂ ਦਾੜੀ ਕਾਲੀ ਕਰ ਲਈ, ਉਹ ਮੈਨੇਜ ਕੀਤਾ। ਨਿਗਾਹ ਕਮਜ਼ੋਰ ਹੋ ਗਈ, ਆਪਾਂ ਐਨਕ ਲਗਾ ਲਈ, ਮੈਨੇਜ ਕੀਤਾ। ਠੀਕ ਹੈ, ਗੋਡੇ ਬਦਲੇ ਜਾ ਰਹੇ ਹੈ, ਮੈਨੇਜ ਕਰ ਰਹੇ ਹਾਂ। ਜੇ ਅਸੀਂ ਠੀਕ ਹੀ ਕਰਤਾ ਇਹ ਤਾਂ ਫਿਰ ਬੰਦਾ ਅਮਰ ਹੋ ਗਿਆ, ਮਰੂਗਾ ਹੀ ਨਹੀਂ ਬੰਦਾ। ਸੋ ਇਹ ਵਰਡ ਕਹਿਣਾ ਕਿ ਅਸੀਂ ਠੀਕ ਕਰ ਰਹੇ ਹਾਂ ਇਹ ਗਲਤ ਹੋਊਗਾ। ਅਸੀਂ ਕਹਿੰਦੇ ਅਸੀਂ ਮੈਨੇਜ ਕਰ ਰਹੇ ਹਾਂ ਤਾਂ ਕਿ ਬੰਦਾ ਆਪਣਾ ਜੀਵਨ ਵਧੀਆ ਜੀ ਸਕੇ, ਦੁੱਖ ਰਹਿਤ ਜੀ ਸਕੇ, ਬਿਨਾਂ ਦਵਾਈਆਂ ਜੀ ਸਕੇ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ। ਡਾਕਟਰ ਸਾਹਿਬ ਤੁਹਾਡੇ ਕੋਲ ਮੰਨ ਲਓ ਵੀ ਇੱਕ ਪੇਸ਼ੈਂਟ ਫਰੋਜ਼ਨ ਸ਼ੋਲਡਰ ਦੇ ਪੇਸ਼ੈਂਟ ਜਿਹੜੇ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹੋਗੇ ਵੀ ਕਿਹੜੀ ਸਟੇਜ ਤੱਕ ਸਾਡੇ ਕੋਲ ਆ ਜਾਓਗੇ ਤਾਂ ਤੁਸੀਂ ਬਚ ਜਾਓਗੇ, ਨਹੀਂ ਬਹੁਤ ਤਕਲੀਫ ਸਹਿਣੀ ਪਏਗੀ? ਮੈਂ ਤਾਂ ਇਹੀ ਕਹੂੰਗਾ ਕਿ ਜਿਵੇਂ ਮੋਢਾ ਦੁਖਦਾ ਤੁਸੀਂ ਇੱਕ ਵਾਰ ਫਿਜ਼ੀਓ ਨੂੰ ਦਿਖਾਓ ਨਾਲੋਂ ਨਾਲ, ਉਹ ਤੁਹਾਨੂੰ ਕੁਝ ਐਕਸਰਸਾਈਜ਼ ਦੱਸੂਗਾ, 2-3 ਸੈਟਿੰਗ ਆਪ ਦਊਗਾ, ਕੁਝ ਐਕਸਰਸਾਈਜ਼ ਦੱਸੂਗਾ, ਤੁਸੀਂ ਕਰੋ, ਤੁਹਾਨੂੰ ਲੋੜ ਹੀ ਨਹੀਂ ਪੈਣੀ, ਮੋਢਾ ਖਰਾਬ ਹੀ ਨਹੀਂ ਹੋਣਾ ਤੁਹਾਡਾ। ਠੀਕ ਹੈ ਨਾ, ਬਟ ਗੱਲ ਹੈ ਚੈੱਕਅਪ ਦੀ, ਟਾਈਮਲੀ ਚੈੱਕਅਪ ਦੀ। ਗੱਡੀ ਦਾ ਟਾਇਰ ਖਰਾਬ ਹੁੰਦਾ, ਨਾਲ ਦੀ ਨਾਲ ਵੀਲ ਅਲਾਈਨਮੈਂਟ ਕਰਾ ਲੈਂਦੇ ਆ, ਬੈਲੈਂਸਿੰਗ ਕਰਾ ਲੈਂਦੇ ਆ, ਤੁਸੀਂ ਟਾਇਰ ਵੀ ਬਚਾਉਂਦੇ ਹੋ, ਗੱਡੀ ਦੀ ਲਾਈਫ ਵੀ ਵਧਾਉਂਦੇ ਹੋ। ਐਂ ਵੀ ਰਗੜਾ ਦੇਈ ਜਾਂਦੇ ਹੋ ਤਾਂ ਐਕਸਲ ਵੀ ਟੁੱਟੂਗਾ ਅਤੇ ਹੋਰ ਪਤਾ ਨਹੀਂ ਕੀ ਕੁਛ ਟੁੱਟੂਗਾ। ਅਤੇ ਇਹਦੇ 'ਚ ਜਦੋਂ ਤੁਹਾਡੇ ਕੋਲ ਕੋਈ ਪੇਸ਼ੈਂਟ ਫਰੋਜ਼ਨ ਸ਼ੋਲਡਰ ਲੈ ਕੇ ਆਉਂਦਾ, ਫਿਰ ਉਹ ਕਿਸ ਤਰ੍ਹਾਂ ਦੇ ਟਰੀਟਮੈਂਟ ਕੁਛ ਤਾਂ ਤੁਸੀਂ ਮਸ਼ੀਨਾਂ ਨਾਲ ਦੱਸਿਆ ਹੈਗਾ, ਐਕਸਰਸਾਈਜ਼ਿਸ ਜਿਹੜੇ ਨੇ ਉਹ ਦਰਸ਼ਕ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਕਿਹੜੀਆਂ ਐਕਸਰਸਾਈਜ਼ਾਂ ਜਿਹੜੀਆਂ ਨੇ ਉਹ ਰੈਗੂਲਰ ਤੌਰ 'ਤੇ ਜੇ ਕਰਦੇ ਰਹਿਣ ਤਾਂ ਫਰੋਜ਼ਨ ਸ਼ੋਲਡਰ ਹੋਣ ਦੀ ਸੰਭਾਵਨਾ ਜਿਹੜੀ ਨਹੀਂ ਹੋਏਗੀ? ਸ਼ੁਰੂਆਤੀ ਤੌਰ 'ਤੇ ਜਦੋਂ ਪੇਸ਼ੈਂਟ ਨੂੰ ਦਰਦ ਹੋ ਰਿਹਾ ਅਸੀਂ ਐਕਸਰਸਾਈਜ਼ ਆਪਣੀ ਸੁਪਰਵਿਜ਼ਨ 'ਚ ਕਰਾਉਂਦੇ ਹਾਂ। ਠੀਕ ਹੈ, ਨਹੀਂ ਤਾਂ ਉਹਨਾਂ ਦਾ ਦਰਦ ਵੱਧ ਜਾਊਗਾ, ਉਹਨਾਂ ਨੇ ਕੁਛ ਕਰਨਾ ਨਹੀਂ। ਸੋ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡਾ ਦਰਦ ਘਟਾਵਾਂਗੇ, ਨਾਲ ਤੁਹਾਨੂੰ ਆਪਣੇ ਸਾਹਮਣੇ ਐਕਸਰਸਾਈਜ਼ ਕਰਾਵਾਂਗੇ, ਕਿਉਂਕਿ ਐਕਸਰਸਾਈਜ਼ ਕਰਦੇ ਪੇਨ ਹੁੰਦੀ ਹੈ। ਹੁਣ ਉਹ ਜਿਹੜਾ ਪੇਨ ਹੈ ਉਹ ਉਹਨਾਂ ਵਾਸਤੇ ਚੰਗਾ ਹੈ ਕਿ ਮਾੜਾ ਹੈ ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਤਾਂ ਇਹ ਪਤਾ ਕਿ ਦਰਦ ਹੋ ਰਿਹਾ, ਪਰ ਸਾਨੂੰ ਪਤਾ ਕਿ ਅਗਰ ਇਹ ਮੂਵਮੈਂਟ ਬਾਰ-ਬਾਰ ਕਰੂਗਾ ਤਾਂ ਇਹ ਦਰਦ ਚਲੇ ਜਾਏਗਾ। ਹਾਲੇ ਸਟਾਰਟਿੰਗ ਪੇਨ ਹੈ, ਇਹਦੇ ਵਾਸਤੇ ਫਰੂਟਫੁਲ ਹੈ। ਠੀਕ ਹੈ, ਸੋ ਜਿਹੜੀ ਵੀ ਐਕਸਰਸਾਈਜ਼ ਅਗਰ ਉਹ ਉਹਨਾਂ ਨੂੰ ਪੇਨ ਹੈ ਤਾਂ ਜਿਹੜੀ ਵੀ ਐਕਸਰਸਾਈਜ਼ ਉਹਨਾਂ ਨੇ ਕਰਨੀ ਹੈ ਤਾਂ ਉਹ ਸਾਡੇ ਸਾਹਮਣੇ ਕਰਨਗੇ, ਸਾਡੀ ਹੈਲਪ ਨਾਲ ਕਰਨਗੇ। ਸਾਡੀ ਮਸ਼ੀਨਾਂ ਦੀ ਫੈਸਿਲੀਟੇਸ਼ਨ ਹੈ ਕਿ ਦਰਦ ਘਟਾ ਕੇ ਅਸੀਂ ਉਸ ਤੋਂ ਬਾਅਦ ਕਰਾਵਾਂਗੇ। ਠੀਕ ਹੈ, ਹਾਂ ਅਗਰ ਉਹ ਬਿਲਕੁਲ ਠੀਕ ਹੈ, ਮੋਢਾ ਅੱਜ ਦੀ ਡੇਟ 'ਚ ਬਿਲਕੁਲ ਠੀਕ ਹੈ, ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਆਪਣੀ ਬਾਂਹ ਪੂਰੀ ਉੱਪਰ ਚੱਕਿਆ ਕਰੋ, ਪਿੱਛੇ ਲੈ ਕੇ ਜਾਇਆ ਕਰੋ, ਤੌਲੀਏ ਨਾਲ ਨਹਾਉਂਦੇ ਹੋਏ ਆਪਣਾ ਪਿੰਡਾ ਪੂੰਝ ਲਿਆ ਕਰੋ। ਠੀਕ ਹੈ, ਇਹੋ ਜਿਹੀਆਂ 4-5 ਐਕਸਰਸਾਈਜ਼ ਕਰੋ ਤਾਂ ਤੁਸੀਂ ਬਿਲਕੁਲ ਠੀਕ ਹੋ, ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਆਏਗੀ। ਠੀਕ ਹੈ ਨਾ, ਇਹ ਛੋਟੀਆਂ 2-4 ਮੂਵਮੈਂਟਸ ਨੇ। ਹੱਥ ਪੂਰਾ ਆਪਣਾ ਉੱਪਰ ਚੱਕੋ, ਇਹ ਕਰ ਸਕਦੇ ਨੇ। ਠੀਕ ਹੈ, ਦੀਵਾਰ ਨਾਲ ਐ ਹੱਥ ਲਾ ਕੇ ਰੋਜ਼ ਚੈੱਕ ਕਰ ਲਿਆ ਕਰੋ ਕਿ ਜਾਮ ਤਾਂ ਨਹੀਂ ਹੋ ਰਿਹਾ। ਜੇ ਸਿੱਧੇ ਖੜੇ ਹੋ ਕੇ ਦੋਨੋਂ ਹੱਥ ਇਕੁਅਲੀ ਦੀਵਾਰ ਨਾਲ ਲੱਗ ਰਹੇ ਨੇ, ਇਟ ਮੀਨਸ ਉਹ ਠੀਕ ਨੇ, ਕੋਈ ਚੱਕਰ ਹੀ ਨਹੀਂ ਹੈ। ਦੋਨੋਂ ਹੱਥ ਐ ਕੰਘੀ ਪਾ ਕੇ ਖਿੱਚ ਲਿਆ ਕਰੋ, ਇੱਥੋਂ ਜ਼ੋਰ ਲੱਗੂਗਾ। ਦੋਨੋਂ ਮੁੱਠੀਆਂ ਬੰਦ ਕਰਕੇ ਆਪਸ ਐ ਦਬਾ ਲਿਆ ਕਰਨ, ਇੱਥੋਂ ਜ਼ੋਰ ਲੱਗੂਗਾ, ਮਸਲ ਸਟਰੋਂਗ ਰਹਿਣਗੇ। ਹੌਲੀ ਹੌਲੀ ਐਕਸਰਸਾਈਜ਼ ਵਧਾਈ ਜਾਵਾਂਗੇ ਦੇਖ ਕੇ ਉਹਨਾਂ ਦੀ। ਅਤੇ ਇਹਦੇ 'ਚ ਹੁਣ ਅਕਸਰ ਜਦੋਂ ਕਿਸੇ ਦੇ ਕੋਈ ਪ੍ਰੋਬਲਮ ਆਉਂਦੀ ਹੈ, ਸੱਟ ਲੱਗ ਗਈ ਜਾਂ ਕੁਛ ਵੀ, ਜਦੋਂ ਤੁਸੀਂ ਇਹ ਵੀ ਦੱਸਿਆ ਵੀ ਇਹਦੇ 'ਚ ਇੰਜਰੀਜ਼ ਹੋ ਜਾਂਦੀਆਂ ਨੇ, ਤਾਂ ਕਰਕੇ ਫਰੋਜ਼ਨ ਜਿਹੜਾ ਸ਼ੋਲਡਰ ਜਿਹੜਾ ਫਰੋਜ਼ਨ ਹੋ ਜਾਂਦਾ। ਸੇਕ ਜਾਂ ਠੰਡਾ ਬਰਫ਼ ਦੇ ਜਿਹੜੀ ਪੱਟੀ ਜਾਂ ਉਹ ਕਰਨਾ, ਇਹ ਕਿੰਨਾ ਕੁ ਇਹਦੇ 'ਚ ਕਾਰਗਰ ਸਿੱਧ ਹੁੰਦਾ? ਕਿਹੜੀ ਜ਼ਿਆਦਾ ਕਾਰਗਰ ਸਿੱਧ ਹੁੰਦੇ ਨੇ ਦੋਨਾਂ ਚੀਜ਼ਾਂ ਨੂੰ? ਬਹੁਤ ਹੀ ਵਧੀਆ ਸਵਾਲ ਪੁੱਛਿਆ ਜੀ। ਇਹ ਲੋਕਾਂ ਨੂੰ ਹਾਲੇ ਤੱਕ ਪਤਾ ਨਹੀਂ ਚੱਲਿਆ ਕਿ ਸੇਕ ਦੇਣਾ ਕਿ ਠੰਡ ਦੇਣੀ ਹੈ। ਦੇਖੋ, ਜੇ ਤਾਂ ਤੁਹਾਡੀ ਸੱਟ ਤਾਜ਼ਾ ਹੈ, ਤੁਸੀਂ ਜਾ ਰਹੇ ਹੋ ਸਾਈਕਲ ਤੋਂ ਡਿੱਗ ਗਏ, ਇੱਥੇ ਚੋਟ ਲੱਗ ਗਈ, ਆਈਸਿੰਗ ਕਰਨੀ ਹੈ। ਪਹਿਲੇ 24 ਘੰਟੇ ਬਰਫ਼ ਦੀ ਟਕੋਰ ਕਰਨੀ ਹੈ, ਪਹਿਲੇ 24 ਘੰਟੇ ਜੀ। ਜੇ ਉਹ ਪੁਰਾਣੀ ਹੋ ਗਈ ਫਿਰ ਤੁਸੀਂ ਸੇਕ ਕਰਨਾ ਹੈ। ਠੀਕ ਹੈ, ਹੁਣ ਆ ਜਾਓ ਫਰੋਜ਼ਨ ਸ਼ੋਲਡਰ 'ਤੇ। ਫਰੋਜ਼ਨ ਸ਼ੋਲਡਰ 'ਤੇ ਜੇ ਤਾਂ ਤੁਹਾਡਾ ਇਨਫਲੇਮੇਟਰੀ ਫੇਸ ਚੱਲ ਰਿਹਾ ਤਾਜ਼ਾ, ਠੀਕ ਹੈ, ਫਿਰ ਸੇਕ ਦਰਦ ਹੋਰ ਵਧਾ ਦੂਗਾ।
ਯਾਨੀ ਦਰਦ ਚੱਲ ਇਸ ਟਾਈਮ ਤੁਸੀਂ ਦਰਦ ਚੋਂ ਤੇ ਸੇਕ ਦਿਓਗੇ ਤੇ ਦਰਦ ਵਧੇਗਾ, ਦਰਦ ਵੱਧ ਜਾਏਗਾ ਜੀ, ਠੀਕ ਹੈ। ਪਰ ਅਗਰ ਉਹ ਬਹੁਤ ਪੁਰਾਣਾ ਹੋ ਚੁੱਕਿਆ ਫਿਰ ਅਸੀਂ ਸੇਕ ਦੇਵਾਂਗੇ, ਪਰ ਇਨਫਲੇਮੇਟਰੀ ਫੇਜ਼ ਨਾ ਹੋਵੇ। ਸੋ ਉਹ ਹੱਥ ਫਰੋਜ਼ਨ ਕੇਸ 'ਚ ਅਸੀਂ ਹੱਥ ਲਾ ਕੇ ਚੈੱਕ ਕਰਕੇ ਫਿਰ ਰਿਕਮੈਂਡ ਕਰਾਂਗੇ ਕਿ ਤੁਸੀਂ ਆਈਸਿੰਗ ਕਰਨੀ ਹੈ, ਠੀਕ ਹੈ, ਕਿ ਸੇਕ ਦੇਣਾ। ਕਈ ਵਾਰ ਹੁੰਦਾ ਹੈ ਕਿ ਉਹ ਥੋੜੀ ਬਹੁਤੀ ਸੋਜਿਸ਼ ਹੁੰਦੀ ਹੈ, ਅਸੀਂ ਸੇਕ ਦਈਏ ਤਾਂ ਰਾਤੀ ਆ ਕੇ ਪੇਸ਼ੈਂਟ ਕਹਿੰਦਾ ਕਿ ਜੀ ਮੇਰਾ ਤਾਂ ਪੇਨ ਵੱਧ ਗਿਆ, ਫਿਰ ਅਸੀਂ ਇਮੀਡੀਏਟਲੀ ਉਹਦਾ ਹਾਟ ਫਰਮੈਂਟੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ, ਅਸੀਂ ਆਈਸਿੰਗ ਵੱਲੋਂ ਫੋਕਸ ਕਰਦੇ ਹਾਂ ਉਹਨੂੰ। ਇਹ ਚੀਜ਼ ਹੈ। ਤੇ ਕਦੇ ਇਸ ਤਰ੍ਹਾਂ ਹੁੰਦਾ ਡਾਕਟਰ ਸਾਹਿਬ ਕਿ ਤੁਹਾਡੇ ਕੋਲ ਪੇਸ਼ੈਂਟ ਆਇਆ, ਮੋਢਾ ਖੁਲਵਾ ਲਿਆ ਉਹਨੇ, ਠੀਕ ਹੋ ਗਿਆ, ਛਾਲਾ ਮਾਰਦਾ ਘਰ ਚਲਾ ਗਿਆ, ਕੁਛ ਚਿਰ ਬਾਅਦ ਫੇਰ ਆ ਗਿਆ ਵੀ ਮੇਰਾ ਤਾਂ ਫੇਰ ਮੋਢਾ ਜਾਮ ਹੋ ਗਿਆ ਜੀ, ਤੇ ਉਹਦੇ ਕੀ ਕਾਰਨ ਹੁੰਦੇ ਨੇ? ਦੇਖੋ, ਆਪਣੇ ਸਰੀਰ ਦੀ ਸਰਵਿਸ ਹੈਗੀ ਹੈ ਐਕਸਰਸਾਈਜ਼। ਸਰੀਰ ਜਿੰਨਾ ਵਰਤਾਂਗੇ ਉਨਾ ਵਧੀਆ ਰਹੂਗਾ, ਦਿਮਾਗ ਜਿੰਨਾ ਵਰਤਾਂਗੇ ਉਨਾ ਵਧੀਆ ਰਹੂਗਾ। ਹੁਣ ਉਹ ਹੁੰਦਾ ਕੀ ਹੈ, ਜਦੋਂ ਮਰੀਜ਼ ਠੀਕ ਹੁੰਦਾ ਹੈ ਮੈਂ ਉਹਨਾਂ ਨੂੰ ਕਹਿ ਕੇ ਭੇਜਦਾ ਕਿ ਐਕਸਰਸਾਈਜ਼ ਵਧਾਉਣੀ ਹੈ, ਬੰਦ ਨਹੀਂ ਕਰਨੀ। ਅੱਛਾ, ਆਪਣੇ ਰੁਝੇਵਿਆਂ 'ਚ ਰੁੱਝ ਕੇ ਐਕਸਰਸਾਈਜ਼ ਬੰਦ ਹੋ ਗਈ ਤੇ ਰਾਤੀ ਜਦੋਂ ਫਿਰ ਮਾੜਾ ਜਿਹਾ ਦੁਖਦਾ ਹੈ ਨਾ, ਫਿਰ ਉਦੋਂ ਹੀ ਉੱਠ ਕੇ ਸ਼ੁਰੂ ਹੋ ਜਾਂਦਾ ਐਕਸਰਸਾਈਜ਼ ਕਰਨ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਸ਼ੁਰੂ ਹੋ ਰਿਹਾ ਫਿਰ, ਕਿਉਂਕਿ ਉਹ ਇੱਕ ਵਾਰੀ ਉਸ ਫੇਜ਼ ਤੋਂ ਲੰਘ ਚੁੱਕਿਆ। ਪਰ ਕਈ ਬੜੇ ਢੀਠ ਹੁੰਦੇ, ਨਹੀਂ ਕਰਦੇ ਐਕਸਰਸਾਈਜ਼, ਕੋਈ ਡਾਕਟਰ ਸਾਹਿਬ ਟਾਈਮ ਨਹੀਂ ਲੱਗਿਆ, ਫਿਰ ਆਉਂਦੇ ਨੇ ਸਾਡੇ ਕੋਲ, ਫਿਰ ਅਸੀਂ ਉਨਾ ਟਾਈਮ ਤਾਂ ਨਹੀਂ ਲੱਗਦਾ, ਵਿਦਿਨ 2-3 ਸਿਟਿੰਗਸ ਠੀਕ ਕਰਕੇ ਫਿਰ ਉਹਨਾਂ ਨੂੰ ਐਕਸਰਸਾਈਜ਼ ਰਿਕਮੈਂਡ ਕਰਕੇ ਉਹਨਾਂ ਨੂੰ ਪ੍ਰੀਕਾਸ਼ਨਸ ਦੱਸ ਕੇ, ਪ੍ਰੀਵੈਂਸ਼ਨਸ ਦੱਸ ਕੇ ਵਾਪਸ ਭੇਜ ਦਿੰਦੇ ਹਾਂ ਅਤੇ ਉਹ ਵਧੀਆ ਆਪਣੀ ਲਾਈਫ ਬਤੀਤ ਕਰਦੇ ਨੇ। ਅੱਛਾ, ਕੁਛ ਖਾਣ ਪੀਣ ਦਾ ਪਰਹੇਜ਼ ਵੀ ਦੱਸ ਦਿਓ ਵੀ ਆਹ ਚੀਜ਼ ਖਾਣੀ ਆ, ਆਹ ਚੀਜ਼ ਨਹੀਂ ਖਾਣੀ, ਕੋਈ ਇਸ ਤਰ੍ਹਾਂ ਦਾ ਵੀ ਹੁੰਦਾ ਜਿਹੜਾ ਫਰੋਜ਼ਨ ਸ਼ੋਲਡਰ ਵਾਲੇ ਹੁੰਦੇ ਨੇ? ਮੇਰਾ ਨਾ ਜੀ ਇੱਕ ਅਸੂਲ ਹੈ, ਮੈਂ ਆਪਣੇ ਫੀਲਡ 'ਚ ਕਿਸੇ ਨੂੰ ਵੜਨ ਨਹੀਂ ਦਿੰਦਾ ਅਤੇ ਦੂਜੇ ਫੀਲਡ 'ਚ ਮੈਂ ਵੜਦਾ ਨਹੀਂ। ਬਟ ਜੇ ਤੁਹਾਡੇ ਸਾਹਮਣੇ ਕੋਈ ਖਰਾਬੀ ਕਰ ਰਿਹਾ ਹੋਵੇ ਤਾਂ ਤੁਸੀਂ ਕੀ ਕਹੋਗੇ ਉਹਨੂੰ? ਉਹਨੂੰ ਮੰਨ ਲਓ ਵੀ ਤੁਸੀਂ ਮੋਢਾ ਦਾ ਤੁਸੀਂ ਖੋਲਤਾ, ਉਹ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਆਹ ਖਰਾਬ ਕਰ ਰਿਹਾ, ਫਿਰ ਉਹ ਚੁੱਪ ਰਹੋਗੇ? ਚੁੱਪ ਤਾਂ ਰਹੋਗੇ ਨਹੀਂ। ਉਹਨੂੰ ਇਹ ਕਹਾਂਗੇ ਕਿ ਤੇਰਾ ਸ਼ੂਗਰ ਕੰਟਰੋਲ ਨਹੀਂ ਹੈ ਤੇ ਤੂੰ ਕਿੱਥੇ ਕੁਤਾਹੀ ਕਰ ਰਿਹਾ ਹੈ, ਡਾਈਟੀਸ਼ੀਅਨ ਤੋਂ ਆਪਣਾ ਡਾਈਟ ਚਾਰਟ ਲੈ ਤੇ ਆਪਣੀ ਉਹਨੂੰ ਸ਼ੂਗਰ ਨੂੰ ਮੇਨਟੇਨ ਕਰ, ਠੀਕ ਹੈ। ਤੇਰਾ ਭਾਰ ਵੱਧ ਰਿਹਾ, ਡਾਈਟੀਸ਼ੀਅਨ ਤੋਂ ਆਪਣਾ ਡਾਈਟ ਚਾਰਟ ਲੈ ਤੇ ਆਪਣਾ ਭਾਰ ਮੇਨਟੇਨ ਕਰ, ਇਹਨੂੰ ਥੱਲੇ ਲਿਆ, ਵਧਣ ਨਾ ਦੇ, ਠੀਕ ਹੈ। ਸੋ ਇਹ ਦੇਖੋ, ਅੱਜ ਦੀ ਐਡਵਾਂਸਮੈਂਟ ਇਹ ਹੈ ਕਿ ਹਰ ਫੀਲਡ 'ਚ ਮਾਹਿਰਤਾ ਆ ਗਈ, ਸਪੈਸ਼ਲਾਈਜੇਸ਼ਨ ਆ ਗਈ, ਠੀਕ ਹੈ। ਹੁਣ ਮੇਰੇ ਕੋਲ ਜੇ ਤੁਸੀਂ ਮੈਨੂੰ ਚਾਕੂ ਦੇ ਦਿਓ ਹੱਥ 'ਚ, ਮੈਨੂੰ ਸ਼ੋਲਡਰ ਦਾ ਸਾਰਾ ਕੁਝ ਪਤਾ ਹੈ, ਤੁਸੀਂ ਕਹੋ ਜੀ ਇਹ ਆਪਰੇਸ਼ਨ ਕਰ ਦਿਓ, ਮੈਂ ਨਹੀਂ ਕਰ ਸਕਦਾ, ਕਿਉਂਕਿ ਮੇਰੀ ਟ੍ਰੇਨਿੰਗ ਉੱਦਾਂ ਦੀ ਨਹੀਂ ਹੈ। ਇੱਦਾਂ ਹੀ ਅਗਰ ਆਰਥੋਪੈਡਿਸ਼ਨ ਐਕਸਰਸਾਈਜ਼ ਸਿਖਾਏਗਾ ਤਾਂ ਉਹਦੀ ਟ੍ਰੇਨਿੰਗ ਉੱਦਾਂ ਦੀ ਨਹੀਂ ਹੈ, ਉਹ ਸਰਜਨ ਬਹੁਤ ਅੱਛਾ ਹੋ ਸਕਦਾ ਹੈ, ਪਰ ਐਕਸਰਸਾਈਜ਼ ਕਿਹੜੇ ਐਂਗਲ 'ਤੇ ਕਿਵੇਂ ਕਰਨੀ ਹੈ, ਕਿਵੇਂ ਖੋਲ੍ਹਣਾ ਹੈ, ਉਹ ਸ਼ਾਇਦ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਨਹੀਂ ਗਈ। ਸੋ ਇਹ ਹਰ ਚੀਜ਼ ਦੀ ਅੱਜ ਕੱਲ੍ਹ ਐਡਵਾਂਸਮੈਂਟ ਆ ਗਈ, ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ, ਇੱਕ ਟੀਮ ਵਰਕ ਵਾਂਗ ਕੰਮ ਕਰਨਾ ਚਾਹੀਦਾ ਤਾਂ ਕਿ ਪੇਸ਼ੈਂਟ ਜਲਦੀ ਤੋਂ ਜਲਦੀ ਰਿਕਵਰ ਹੋਵੇ। ਡਾਕਟਰ ਸਾਹਿਬ, ਇੱਕ ਪੇਸ਼ੈਂਟ ਚਾਹੁੰਦਿਆਂ ਦੇ ਅਖੀਰਲਾ ਸਵਾਲ ਹੈ, ਇੱਕ ਪੇਸ਼ੈਂਟ ਜਿਹੜਾ ਦੇਖ ਰਿਹਾ, ਆਪਾਂ ਨੂੰ ਦੇਖਣ ਤੋਂ ਬਾਅਦ ਉਹਦੇ ਸੋਚ ਸਮਝ ਆ ਗਈ ਵੀ ਮੇਰੇ ਸ਼ੋਲਡਰ ਜਿਹੜਾ ਫਰੋਜ਼ਨ ਹੈ, ਉਹ ਤੁਹਾਡੇ ਕੋਲ ਆਉਣਾ ਚਾਹੁੰਦਾ ਹੈ, ਕਿ ਉਹ ਟੈਸਟ ਵੀ ਲੈ ਕੇ ਆਵੇ ਕੋਈ, ਜਾਂ ਐਕਸਰੇ ਵੀ ਲੈ ਕੇ ਆਵੇ ਕੋਈ, ਜਿਹਦੇ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਗੇੜਾ ਨਾ ਲੱਗੇ? ਫਰੋਜ਼ਨ ਸ਼ੋਲਡਰ 'ਚ ਕਦੀ ਵੀ ਐਕਸਰੇ 'ਚ ਕੁਛ ਆਉਂਦਾ ਨਹੀਂ ਹੈ, ਠੀਕ ਹੈ। ਅਸੀਂ ਮੋਸਟ ਆਫ ਦਾ ਟਾਈਮ ਅਸੀਂ ਫਰੋਜ਼ਨ ਸ਼ੋਲਡਰ ਵਾਸਤੇ ਕੋਈ ਟੈਸਟ ਨਹੀਂ ਕਰਾਉਂਦੇ, ਸਾਨੂੰ ਕਲੀਨਿਕਲੀ ਪਤਾ ਲੱਗ ਜਾਂਦਾ ਹੈ। ਕੋਈ ਐਕਸਰੇ ਵੀ ਨਹੀਂ ਕਰਾਉਂਦੇ? ਮੈਂ ਕੁਛ ਨਹੀਂ ਕਰਾਉਂਦਾ ਜੀ, ਅਨਲੈਸ ਅੰਟਿਲ ਮੈਨੂੰ ਕੋਈ ਡਾਊਟ ਨਾ ਪਵੇ ਕਿ ਇਹਨੂੰ ਫਰੋਜ਼ਨ ਸ਼ੋਲਡਰ ਨਹੀਂ ਕੁਛ ਹੋਰ ਹੈ, ਠੀਕ ਹੈ। ਫਰੋਜ਼ਨ ਸ਼ੋਲਡਰ ਤਾਂ ਮੈਂ ਹੀ ਤੁਹਾਨੂੰ ਦੱਸਤਾ, ਤਰੀਕਾ ਦੱਸਤਾ ਕਿ ਜੇ ਤੁਹਾਡੇ ਹੱਥ ਪਿੱਛੇ ਨਹੀਂ ਲੱਗ ਰਹੇ, ਤੁਹਾਡਾ ਹੱਥ ਪਿੱਛੇ ਨਹੀਂ ਜਾ ਰਿਹਾ, ਤੁਹਾਡੀਆਂ ਬਾਂਹ ਚੱਕਣ ਤੁਹਾਨੂੰ ਤਕਲੀਫ ਹੋ ਰਹੀ ਹੈ, ਇਟ ਮੀਨਸ ਤੁਹਾਡਾ ਫਰੋਜ਼ਨ ਸ਼ੋਲਡਰ ਹੋ ਰਿਹਾ, ਇਹਨੂੰ ਰੋਕ ਲਿਆ ਜਾਵੇ। ਦਿਸ ਇਜ਼ ਦਾ ਇੰਪੋਰਟੈਂਟ ਕਲੀਨਿਕਲ ਟੈਸਟ। ਪਰ ਤੁਸੀਂ ਨਾਲ ਇਹ ਵੀ ਕਿਹਾ ਵੀ ਜੇਕਰ ਬੰਦੇ ਦਾ ਫਰੋਜ਼ਨ ਸ਼ੋਲਡਰ ਹੈ, ਉਹਨੂੰ ਨਾਲ ਸ਼ੂਗਰ ਵੀ ਹੈ, ਤਾਂ ਉਹ ਬੰਦਾ ਜਿਹੜਾ ਉਹਦਾ ਸ਼ੋਲਡਰ ਤੁਸੀਂ ਖੋਲ੍ਹਣ ਲੱਗਿਆ ਬੜਾ ਟਾਈਮ ਲੱਗ ਜਾਏਗਾ, ਜਿਉਂ ਖੋਲੀ ਜਾਊਗਾ ਟੀਅਰ ਹੋ ਕੇ ਹੋਰ ਜਾਮ ਹੁੰਦਾ ਰਹੇਗਾ, ਇਹ ਟੈਸਟ ਤਾਂ ਜ਼ਰੂਰੀ ਹੋਣਗੇ? ਸ਼ੂਗਰ ਟੈਸਟ ਜ਼ਰੂਰੀ ਹੈ। ਫਿਰ ਉਹਨੂੰ ਇਹ ਕਹਾਂਗੇ ਕਿ ਅਗਰ ਤੈਨੂੰ ਡਾਇਬਟੀਜ਼ ਹੈਗੀ ਹੈ ਤੇ ਆਪਣਾ ਸ਼ੂਗਰ ਰੈਗੂਲਰ ਚੈੱਕ ਕਰ, ਸਵੇਰੇ ਸ਼ਾਮ, ਪੋਸਟ 2 ਘੰਟੇ ਖਾ ਪੀ ਕੇ ਤੇ ਪਹਿਲੇ ਚੈੱਕ ਕਰੇ ਕਿ ਤੇਰੀ ਸ਼ੂਗਰ ਜ਼ਿਆਦਾ ਤਾਂ ਨਹੀਂ ਹੈ। ਅੱਜ ਕੱਲ੍ਹ ਮਸ਼ੀਨਾਂ ਆ ਗਈਆਂ, ਹਰੇਕ ਕੋਲ ਘਰੇ ਹੈਗੀਆਂ ਨੇ, ਉਹ ਚੈੱਕ ਕਰੇ ਆਪਣਾ, ਤੇ ਅਗਰ ਉਹ ਠੀਕ ਰਹਿੰਦਾ ਤੇ ਫਿਰ ਉਹਨੂੰ ਪ੍ਰੋਬਲਮ ਨਹੀਂ ਆਏਗੀ, ਪੇਨ ਵੀ ਘੱਟ ਹੋਏਗੀ, ਔਰ ਰਿਕਵਰ ਵੀ ਜਲਦੀ ਕਰੇਗਾ। ਹੁਣ ਜਾਂਦੇ ਜਾਂਦੇ ਟਿਪ ਆਫ ਦਾ ਇੰਟਰਵਿਊ, ਜੇ ਲੋਕਾਂ ਨੇ ਸ਼ੋਲਡਰ ਫਰੋਜ਼ਨ ਹੋਣ ਤੋਂ ਬਚਾਉਣਾ ਹੈ, ਕੀ ਕਰਨਾ ਪਵੇਗਾ? ਮੈਂ ਨਾ ਜੀ ਹਰ ਚੈਨਲ 'ਤੇ ਇੱਕ ਡਾਇਲੋਗ ਬੋਲਦਾ, ਮੇਰਾ ਫੇਵਰਟ ਬਣ ਚੁੱਕਿਆ ਕਿ ਜੇ ਸਹੀ ਹੋਣ ਤੁਹਾਡੇ ਜੁੱਤੇ, ਗੱਦਾ
ਤੇ ਕੁਰਸੀ ਨਾ ਹੋਵੇ ਤੁਹਾਨੂੰ ਜੋੜਾਂ ਤੋਂ ਮਾਯੂਸੀ। ਸੋ ਟਿਪ ਆਫ ਦਾ ਡੇ ਇਹ ਹੈ ਕਿ ਜਾਂ ਤਾਂ ਤੁਸੀਂ ਸਾਰਾ ਦਿਨ ਖੜੇ ਹੋ, ਜਾਂ ਸਾਰਾ ਦਿਨ ਤੁਸੀਂ ਬੈਠੇ ਹੋ, ਤੇ ਜਾਂ ਤੁਸੀਂ ਲੇਟੇ ਹੋ। ਸੋ ਇਹ ਤਿੰਨ ਚੀਜ਼ਾਂ ਤੇ ਕੰਪਰੋਮਾਈਜ਼ ਨਾ ਕਰੋ। ਆਪਣੇ ਜੁੱਤੇ ਵਧੀਆ ਰੱਖੋ, ਕੰਫਰਟੇਬਲ ਰੱਖੋ, ਫੈਸ਼ਨ ਤੇ ਨਾ ਜਾਓ, ਗੱਦਾ ਵਧੀਆ ਰੱਖੋ, ਠੀਕ ਹੈ, ਤੇ ਕੁਰਸੀ ਵਧੀਆ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੀ ਜਿਹੜੀ ਲਾਈਫ ਹੈ ਅੱਛੀ ਹੈਲਦੀ ਨਿਕਲੇ। ਹੁਣ ਜਿਹੜਾ ਵਧੀਆ ਵੀ ਦੱਸ ਦੋ, ਜੁੱਤਾ ਵਧੀਆ ਕਿਹੜਾ, ਗੱਦਾ ਵਧੀਆ ਕਿਹੜਾ, ਤੇ ਕੁਰਸੀ ਵਧੀਆ ਕਿਹੜਾ, ਕਿਉਂਕਿ ਉਹਨਾਂ ਦੀ ਤਾਂ ਮੱਤ ਮਾਰੀ ਗਈ ਜਿਹੜੇ ਦੇਖਣ ਵਾਲੇ। ਜੁੱਤਾ ਜੀ ਹਲਕਾ ਹੋਣਾ ਚਾਹੀਦਾ ਹੈ, ਫਲੈਕਸੀਬਲ ਹੋਣਾ ਚਾਹੀਦਾ ਹੈ। ਤੁਸੀਂ ਅਗਰ ਉਹਦੇ ਤੇ ਖੜੋ ਤਾਂ ਤੁਹਾਡੀ ਪਿੱਠ ਗੋਡੇ ਨਾ ਦੁਖਣ। ਤੁਹਾਨੂੰ ਆਪੇ ਹੀ ਦੇਖੋ ਜੀ, ਵਿਆਹ ਤੇ ਜਦ ਲੇਡੀਜ਼ ਜਾਂਦੀਆਂ ਨੇ ਸਭ ਨੂੰ ਪਹਿਲੇ ਆ ਕੇ ਉਹ ਆਪਣੇ ਸੈਂਡਲ ਉਤਾਰਦੀਆਂ ਨੇ, ਕਾਰ 'ਚ ਉਤਾਰ ਦਿੰਦੇ ਕੇ ਸੁੱਟਦੀਆਂ ਨੇ, ਮਤਲਬ ਕਹਿਣ ਪਤਾ ਹੋਵੇ। ਉਹਨਾਂ ਨੂੰ ਪਤਾ ਹੈ ਕਿ ਇਹ ਮੇਰੇ ਵਾਸਤੇ ਕੰਫਰਟੇਬਲ ਨਹੀਂ ਹੈ। ਤੁਹਾਡਾ ਸਰੀਰ ਤੁਹਾਨੂੰ ਸਭ ਕੁਝ ਦੱਸਦਾ ਹੈ, ਤੁਸੀਂ ਸੁਣਨ ਨੂੰ ਤਿਆਰ ਨਹੀਂ ਹੋ, ਤੁਸੀਂ ਸਮਝਣ ਨੂੰ ਤਿਆਰ ਨਹੀਂ ਹੋ। ਤੁਸੀਂ ਆਪਣੇ ਸਰੀਰ ਦੀ ਸੁਣੋ, ਮੈਂ ਕਹਿੰਦਾ ਡਾਕਟਰ ਦੀ ਵੀ ਨਾ ਸੁਣੋ। ਪਰ ਸਰ ਸਰੀਰ ਦੀ ਤਾਂ ਸੁਣੇਗਾ ਬੰਦਾ, ਤੰਗ ਤਾਂ ਹੋ ਜਾਏਗਾ, ਉਹਨੂੰ ਸਮਝ ਕਿਵੇਂ ਆਏਗੀ ਵੀ ਆਰਾਮ ਕਿੱਥੇ ਮਿਲੂਗਾ? ਉਹ ਤਾਂ ਤੁਸੀਂ ਦੱਸੋਗੇ ਨਾ। ਜੇ ਉਹ ਬੰਦਾ ਖੜਾ ਨਹੀਂ ਹੋ ਪਾ ਰਿਹਾ ਲਗਾਤਾਰ, ਖੜੇ ਤੇ ਉਹਨੂੰ ਦਰਦ ਹੋ ਰਹੀ ਹੈ, ਉਹ ਕੁਰਸੀ ਲੱਭ ਰਿਹਾ ਹੈ, ਇਹਦਾ ਉਹਦਾ ਜੁੱਤਾ ਖਰਾਬ ਆ, ਉਹਦਾ ਥੱਕ ਰਿਹਾ ਜਲਦੀ। ਅੱਡੀ ਵਾਲਾ ਨਹੀਂ ਪਾਉਣਾ ਚਾਹੀਦਾ, ਕੰਫਰਟੇਬਲ ਹੋਣਾ ਚਾਹੀਦਾ, ਸੌਫਟ ਸੋਲ ਵਾਲਾ ਹੋਣਾ ਚਾਹੀਦਾ, ਫਲੈਕਸੀਬਲ ਹੋਣਾ ਚਾਹੀਦਾ। 4 ਤੋਂ 5 ਸੈਂਟੀਮੀਟਰ ਅਗਰ ਉਹਦੀ ਹੀਲ ਹੈ ਤਾਂ ਇਹ ਜਾਇਜ਼ ਹੈ। ਗੱਦਾ ਇਹੋ ਜਿਹਾ ਹੋਣਾ ਚਾਹੀਦਾ ਕਿ ਉਹ ਨਰਮ ਹੋਵੇ, ਇੰਨਾ ਨਰਮ ਵੀ ਨਾ ਹੋਵੇ ਕਿ ਤੁਸੀਂ ਵਿੱਚ ਧੱਸ ਜਾਓ, ਠੀਕ ਹੈ, ਤੇ ਇੰਨਾ ਸਖਤ ਵੀ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਚੁਭਦਾ ਰਵੇ। ਫਰਮ ਹੋਣਾ ਚਾਹੀਦਾ। ਤੇ ਕੁਰਸੀ ਦੀ ਪਿੱਠ, ਕੁਰਸੀ ਤੁਸੀਂ ਕਾਰ ਦੀ ਕੁਰਸੀ ਦੇਖੋ ਜਿਹੜੀ ਡਰਾਈਵਿੰਗ ਵਾਲੀ ਹੈ, ਉਹ ਐਸ ਸ਼ੇਪ ਹੁੰਦੀ ਹੈ, ਠੀਕ ਹੈ, ਨਾਲ ਪਿੱਛੇ, ਹਾਂ, ਉਹ ਪਿੱਛੇ ਬੈਕ ਨੂੰ ਸਪੋਰਟ ਕਰਦੀ ਹੈ, ਠੀਕ ਹੈ। ਬਾਹਾਂ ਹੋਣੀ ਚਾਹੀਦੀਆਂ ਜਿੱਥੇ ਤੁਸੀਂ ਬਾਹਾਂ ਟਿਕਾ ਸਕੋ, ਤੇ ਉਹ ਉਹਦੀ ਉਚਾਈ ਹੈ ਉਹ ਬਿਲਕੁਲ ਪਿੱਛੇ ਤੱਕ ਨਹੀਂ ਹੋਣੀ ਚਾਹੀਦੀ, ਥੋੜੀ ਜਿਹੀ ਇੱਥੇ ਥੱਲੇ ਤੱਕ ਇਸ ਲੈਵਲ ਤੇ ਹੋਣੀ ਚਾਹੀਦੀ ਹੈ। ਗਰਦਨ ਦੀ ਮੂਵਮੈਂਟ ਹੋਣੀ ਚਾਹੀਦੀ, ਹਾਂ, ਤਾਂ ਕਿ ਉਹ ਗਰਦਨ ਦੀ ਮੂਵਮੈਂਟ ਹੋ ਸਕੇ। ਤੁਸੀਂ ਜੇ ਪਿੱਛੇ ਜਾਣਾ ਚਾਹੋ ਤਾਂ ਥੋੜੀ ਪਿੱਛੇ ਵੀ ਜਾ ਸਕੇ। ਸੋ ਇਹ ਤੁਹਾਡੀ ਕੁਰਸੀ ਗੱਦੇਦਾਰ ਹੋਣੀ ਚਾਹੀਦੀ ਹੈ, ਹਾਰਡ ਨਾ ਹੋਵੇ, ਥੋੜਾ ਜਿਹਾ ਗੱਦਾ ਲੱਗਿਆ ਹੋਣਾ ਚਾਹੀਦਾ। ਜੇ ਤੁਹਾਡੀ ਸੀਟਿੰਗ ਬਹੁਤ ਜ਼ਿਆਦਾ ਹੈ, ਜਿਵੇਂ ਅੱਜ ਕੱਲ੍ਹ ਬੈਂਕਾਂ 'ਚ ਲਗਾਤਾਰ ਬੈਠੇ ਰਹਿੰਦੇ ਨੇ, ਤੇ ਜੇ 8 ਘੰਟੇ ਉਹ ਕੁਰਸੀ ਤੇ ਬੈਠਦੇ ਨੇ, ਤੇ ਜੇ ਕੁਰਸੀ ਠੀਕ ਹੀ ਨਹੀਂ ਹੈਗੀ ਤਾਂ ਫਿਰ ਪਿੱਠ ਜਾਊਗੀ ਨਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਫਰੋਜ਼ਨ ਸ਼ੋਲਡਰ ਦੇ ਸੰਬੰਧੀ ਜਾਣਕਾਰੀ ਦੇਣ ਲਈ ਤੇ ਜਾਂਦਿਆਂ ਦੇ ਵਡਮੁੱਲਾ ਟਿਪ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ, ਤੇ ਦਰਸ਼ਕਾਂ ਦਾ ਜਿਨ੍ਹਾਂ ਨੇ ਟਾਈਮ ਲੈ ਕੇ ਇਹ ਸੁਣਿਆ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਸੋ ਸਨ ਡਾਕਟਰ ਪੰਕਜਪ੍ਰੀਤ ਸਿੰਘ ਫਿਜ਼ੀਓਥੈਰੇਪਿਸਟ ਨੇ, ਫਿਜ਼ੀਓਥੈਰੇਪੀ ਦੇ ਮਾਹਰ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਨੇ। ਉੱਥੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਬੜੇ ਲੰਬਾ ਤਜਰਬਾ ਇਹਨਾਂ ਕੋਲੇ। ਜਿਹੜੇ ਇੰਡੀਆ ਦੀਆਂ ਟੀਮਾਂ ਜਿਹੜੀਆਂ ਨੇ ਬਾਹਰ ਸਪੋਰਟਸ ਜਿਹੜੀਆਂ ਖੇਡਣ ਜਾਣੇ ਖਿਡਾਰੀਆਂ ਦੇ ਨਾਲ ਜਿਹੜੇ ਫਿਜ਼ੀਓਥੈਰੇਪੀ ਦੇ ਤੌਰ ਤੇ ਵੀ ਜਾ ਕੇ ਆ ਚੁੱਕੇ ਨੇ। ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਕੋਲੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਵਿੱਚ ਨੌਕਰੀ ਦਾ ਤਜਰਬਾ ਹੈਗਾ। ਅੱਜ ਕੱਲ੍ਹ ਉੱਥੇ ਪੜ੍ਹਾ ਰਹੇ ਨੇ ਬੱਚਿਆਂ ਨੂੰ, PhD ਹੈਗੇ ਨੇ। ਪੰਜਾਬ ਦੇ ਵਿੱਚ ਚੰਦ ਅਜਿਹੇ ਡਾਕਟਰ ਨੇ ਜਿਨ੍ਹਾਂ ਨੇ ਫਿਜ਼ੀਓਥੈਰੇਪੀ ਦੇ ਵਿੱਚ PhD ਕੀਤੀ ਹੈ, ਅਤੇ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਇਹਨਾਂ ਦਾ ਬੜਾ ਸਤਿਕਾਰ ਦੇ ਨਾਮ ਨਾਲ ਲਿਆ ਜਾਂਦਾ। ਤੇ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਅੱਜ ਸਾਨੂੰ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਫਰੋਜ਼ਨ ਸ਼ੋਲਡਰ ਕਿਵੇਂ ਹੁੰਦਾ, ਕਿਹੜੇ ਹਾਲਾਤਾਂ ਦੇ ਵਿੱਚ ਹੁੰਦਾ, ਕਿਸ ਤਰੀਕੇ ਦੇ ਨਾਲ ਫਰੋਜ਼ਨ ਸ਼ੋਲਡਰ ਜੇ ਪਹਿਲੀਆਂ ਸਟੇਜਾਂ ਦੇ ਵਿੱਚ ਆ ਜਾਏ ਤਾਂ ਕਿੰਨੇ ਦਿਨ 'ਚ ਖੁੱਲ੍ਹ ਸਕਦਾ ਹੈ, ਕਿਹੜੀ ਸਟੇਜ ਐਸੀ ਹੋ ਜਾਂਦੀ ਹੈ ਜਿਹੜੀ ਸਟੇਜ ਦੇ ਵਿੱਚ ਜਾ ਕੇ ਸ਼ੋਲਡਰ ਨੂੰ ਖੋਲ੍ਹਣ ਲੱਗਿਆਂ ਇੱਕ ਵਾਰ ਇਹ ਵੀ ਜਿਹੜੇ ਮੱਥੇ 'ਤੇ ਪਸੀਨਾ ਆ ਜਾਂਦਾ ਇਹਨਾਂ ਦੇ ਵੀ ਇਹ ਕੀ ਕਰਕੇ ਲਿਆਇਆ ਬੰਦਾ, ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਆ ਜਾਵੇ ਤਾਂ ਉਹ ਸੌਖਿਆਂ ਖੁੱਲ੍ਹ ਜਾਂਦਾ ਅਤੇ ਤਕਲੀਫ ਵੀ ਘੱਟ ਹੁੰਦੀ ਹੈ। ਦਵਾਈ ਖਾਣੀ ਪੈਂਦੀ ਹੈ ਜਾਂ ਨਹੀਂ ਖਾਣੀ ਪੈਂਦੀ, ਜੇ ਖਾਣੀ ਪੈਂਦੀ ਹੈ ਤਾਂ ਉਹਦਾ ਕੀ ਆਲਟਰਨੇਟ ਨੇ, ਅਤੇ ਇਸ ਤੋਂ ਇਲਾਵਾ ਖਾਣ ਪੀਣ ਜਿਹੜਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਟੈਸਟ ਜਿਹੜੇ ਨੇ ਉਹ ਕਿਸ ਤਰ੍ਹਾਂ ਕਰਾ ਕੇ ਰੱਖਣੇ ਨੇ, ਸਾਰੀ ਜਾਣਕਾਰੀ ਜਿਹੜੀ ਹੈ ਅੱਜ ਤੁਹਾਡੇ ਰੂਬਰੂ ਕੀਤੀ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਜਿਹੜੇ ਫਰੋਜ਼ਨ ਸ਼ੋਲਡਰ ਵਾਲੇ ਸੱਜਣ ਨੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਜ਼ਰੂਰ ਹੋਵੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।